अस्सलाम वालेकुम वरहमतुल्लाहि वबरकातुहू व मगफिरातुहू। अल्हम्दुलिल्लाह रब्बिल आलमीन। एक बारी फिर अल्लाह पाक ने मुलाकात कराती है, उस बारी ताला दे सदके जाइए और साढ़े कोलों साढ़े बोल कबूल कर ले, राजी हो जाए और साड़ियां नस्लां कोलों भी राजी हो जाए। बड़े दिनों तो मैं सोचदी पई कि असी काफ़ी मसाइल ते मुख्तलिफ गल्लां कीतियां, लेकिन अगर असी थोड़ा जिहा अपनी रोज़ दी जिहड़ी साडी रोज़मर्रा दी रूटीन है ओहदे ते गल करिए कि किस तरह सोना है, किस तरह उठना है, किस तरह बहना है, किसी दे घर किस तरह जाना है, ਉਹ ਸਾਰੀਆਂ ਚੀਜ਼ਾਂ ਨਿੱਕੀਆਂ ਨਿੱਕੀਆਂ ਜੀਆਂ ਗੱਲਾਂ ਨੇ, ਲੇਕਿन ਸਾਡੀ ਜ਼ਿੰਦਗੀਆਂ ਤੇ ਬੜਾ ਹੀ ਅਸਰ ਪਾਉਂਦੀਆਂ ਨੇ ਔਰ ਸਾਨੂੰ ਇੱਕ ਅੱਛਾ ਮੁਸਲਮਾਨ ਬਣਾ ਦਿੰਦੀਆਂ ਨੇ। ਅਸੀਂ ਵੱਡੇ ਵੱਡੇ ਤੇ ਕੰਮ ਕਹਿੰਦੇ ਆ ਕਿ ਚਲੋ ਜੀ ਅਸੀਂ ਬੁੱਢੇ ਹੋ ਗਏ ਆ, ਸਾਡੇ ਕੋਲ ਕੁਰਾਨ ਤੇ ਹਿਫਜ਼ ਨਹੀਂ ਹੁਣ ਹੋ ਸਕਦਾ, ਕੀ ਕਰੀਏ, ਸਾਡੀ ਐਡੀ ਸ਼ੂਗਰ ਦੀ ਖੁਦਾ ਨਖਾਸਤਾ ਬਿਮਾਰੀ ਹੈ, ਬਾਰ ਬਾਰ ਬਾਥਰੂਮ ਜਾਣਾ ਪੈਂਦਾ ਹੈ, ਟਕਾਫ ਨਹੀਂ ਹੋ ਸਕਦਾ, ਸਾਡੇ ਤੇ ਲੰਮੀਆਂ ਨਮਾਜ਼ਾਂ ਸਲਾਤੇ ਤਸਬੀਹ ਰੋਜ਼ ਨਹੀਂ, ਸਾਡੀ ਤੇ ਕਮਰ 'ਚ ਬੜਾ ਦਰਦ ਹੈ। तो ਵੱਡੀਆਂ ਵੱਡੀਆਂ ਠੀਕ ਹੈ, ਮੁਸ਼ਕਿਲ ਲੱਗਦਾ ਹੈ, ਲੇਕਿਨ ਕਮ ਸੇ ਕਮ ਜਿਹੜੀਆਂ ਛੋਟੀਆਂ ਸੁਨਤਾਂ ਨੇ ਉਹਨਾਂ ਨੂੰ ਤੇ ਅਸੀਂ ਪੂਰਾ ਕਰੀਏ ਨਾ, ਉਹ ਤੇ ਅਸੀਂ ਹਰ ਕੋਈ ਕਰ ਸਕਦਾ ਹੈ। ਯਾਨੀ ਪਿਆਰੇ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਸੋਹਣੇ ਸੋਹਣੇ ਤਰੀਕੇ ਨੇ, ਪਿਆਰੇ ਪਿਆਰੇ ਜਿਹੀਆਂ, ਉਹ ਅੱਛੀ ਨੀਅਤ ਨਾਲ ਤੁਸੀਂ ਕਰੋ। सिर्फ नीयत ये होनी चाहिए कि अल्लाह नू राजी करना है। वो जड़ा परवरदिगारे आलम है जिन्हें कायनात बनाई है उन्होंने राजी करना है। जिस तरह से सुबह उठे हैं, सुबह उठ के फौरन दुआ पढ़ो, कलमा पढ़ो, हत्थां ते फूक मार के अपनी अखां ते फेरो, ये सुन्नत है। ਉਹਦੇ ਨਾਲ ਤੁਸੀਂ ਤਰੋਤਾਜ਼ਾ ਹੋ ਜਾਓ। ਉਹਦੇ ਦੇਖੋ ਕੋਈ ਜ਼ਿਆਦਾ ਇਹਦੇ ਤੇ ਟਾਈਮ ਲੱਗਣਾ, ਉੱਠਣਾ ਤੇ ਤੁਸੀਂ ਹੈ ਹੀ ਹੈ। ਜੋ ਹੀ ਤੁਸੀਂ ਉੱਠਿਓ, ਤੁਸੀਂ ਕਲਮਾ ਪੜ੍ਹ ਕੇ ਦੁਆ ਤੁਸੀਂ ਜਾਗਣੇ ਦੀ ਪੜ੍ਹੀਏ, ਕਲਮਾ ਪੜ੍ਹ ਕੇ ਆਪਣੇ ਹੱਥਾਂ ਤੇ ਫੂਕ ਮਾਰ ਕੇ ਆਪਣੀ ਅੱਖਾਂ ਤੇ ਮਲ ਲਿਆ, ਚਿਹਰੇ ਤੇ ਮਲ ਲਿਆ, ਤੁਸੀਂ ਫਰੈਸ਼ ਹੋ ਜਾਓ ਦੇ। ਔਰ ਫਿਰ ਤੁਸੀਂ ਯਾਨੀ ਕੋਸ਼ਿਸ਼ ਕਰੋ ਕਿ ਆਪਣੇ ਸਿਰ ਨੂੰ ਢਾਂਪੋ, ਚੱਪਲਾਂ ਪਾਓ, ਨੰਗੇ ਪੈਰ ਬਾਥਰੂਮ ਨਾ ਜਾਓ, ਸਿਰ ਢਾਂਪ ਕੇ ਜਾਓ ਔਰ ਬਾਥਰੂਮ ਦੀ ਦੁਆ ਪੜ੍ਹੋ। ਬਸ ਹੱਥ ਧੋਵੋ ਪਹਿਲਾਂ ਜਾ ਕੇ, ਕਿਉਂਕਿ ਬਾਥਰੂਮ 'ਚ ਜਾਂਦਿਆਂ ਸਾਥ ਗੁਸਲਖਾਨੇ 'ਚ ਪਹਿਲਾਂ ਹੱਥ ਧੋਣੇ ਨੇ, ਪਹਿਲਾਂ ਫਾਰਗ ਨਹੀਂ ਹੋਣਾ। ਸੁਨਨਤ ਕੀ ਪਹਿਲਾਂ ਹੱਥ ਧੋਵੋ। ਹੱਥ ਕਿਉਂ ਧੋਵੋ? ਕਿਉਂਕਿ ਪਤਾ ਨਹੀਂ ਰਾਤੀ ਅਸੀਂ ਸੁੱਤੇ ਹਾਂ, ਸਾਡੇ ਕਿੱਥੇ ਹੱਥ ਲੱਗੇ ਨੇ, ਕੋਈ ਜਰਾਸੀਮ ਸਾਡੇ ਹੱਥ ਤੇ ਲੱਗ ਗਿਆ ਹੈ, ਤੇ ਜਦੋਂ ਅਸੀਂ ਯਾਨੀ ਟਾਇਲਟ ਨੂੰ, ਕਮੋਡ ਨੂੰ ਇਸਤੇਮਾਲ ਕਰਾਂਗੇ, ਆਪਣੇ ਆਪ ਨੂੰ ਧੋਵਾਂਗੇ, ਤਾਂ ਜਰਾਸੀਮ ਸਾਡੇ ਅੰਦਰ ਚਲੇ ਜਾਣਗੇ, ਬਿਮਾਰੀਆਂ ਲਾ ਇਲਾਜ ਲੱਗ ਜਾਂਦੀਆਂ ਨੇ। ਲਿਹਾਜ਼ਾ ਪਹਿਲਾਂ ਬਾਥਰੂਮ 'ਚ ਜਿਸ ਵਕਤ ਵੀ ਜਾਣਾ, ਦਿਹਾੜੀ, ਰਾਤੀ, ਸੁਬਾਹ, ਹੱਥ ਧੋਣੇ ਨੇ ਪਹਿਲਾਂ ਚੰਗੀ ਤਰ੍ਹਾਂ, ਸਾਬਣ ਲਾ ਕੇ ਹੱਥ ਧੋ ਕੇ ਫਿਰ ਤੁਸੀਂ ਫਾਰਗ ਹੋਣਾ, ਫਿਰ ਦੁਬਾਰਾ ਹੱਥ ਧੋਣੇ ਨੇ, ਵਜ਼ੂ ਕਰਨਾ ਹੈ। ਇਸ ਆਦਤ ਨੂੰ ਔਰ ਬਾਥਰੂਮ ਦੀ ਦੁਆ ਪੜੇ ਬਗੈਰ ਬਾਥਰੂਮ 'ਚ ਹਮੇਸ਼ਾ ਖੱਬਾ ਪੈਰ, ਉਲਟਾ ਜਿਹੜਾ ਤੁਹਾਡਾ ਪੈਰ ਹੈ ਨਾ ਉਹਨੂੰ ਪਾਉਣਾ ਹੈ, ਉਸ ਸੱਜਾ ਪੈਰ ਨਹੀਂ, ਬਾਥਰੂਮ 'ਚ ਸਿੱਧਾ ਪੈਰ ਨਹੀਂ ਲੈ ਕੇ ਜਾਣਾ। ਔਰ ਕੋਸ਼ਿਸ਼ ਕਰਨੀ ਹੈ ਕਿ ਦੁਆ ਜ਼ਰੂਰ ਪੜੋ। ਔਰ ਅਗਰ ਤੁਹਾਡੇ ਗਲੇ 'ਚ ਕੋਈ ਲਾਕਟ ਹੈ, ਕੋਈ ਇੰਜ ਦੀ ਚੀਜ਼ ਹੈ, ਕੋਈ ਅੰਗੂਠੀ, ਕੋਈ ਜਿਹਦੇ ਤੇ ਅੱਲਾ ਦਾ ਨਾਂ ਲਿਖਿਆ, ਕੋਈ ਬ੍ਰੈਸਲੇਟ, ਚੂੜੀ, ਤੇ ਉਹ ਲਾ ਕੇ ਬਾਹਰ ਰੱਖ ਕੇ ਜਾਣੀ ਹੈ, ਨਾਲ ਅੰਦਰ ਲੈ ਕੇ ਨਹੀਂ ਜਾਣੀ ਨਾ। ਔਰ ਕੋਸ਼ਿਸ਼ ਕਰਨੀ ਕਿ ਕਿਬਲੇ ਵੱਲ ਮੂੰਹ ਨਹੀਂ ਕਰਨਾ, ਨਾ ਕੰਡ ਕਰਨੀ ਹੈ ਨਾ ਮੂੰਹ ਕਰਨਾ ਹੈ। ਜਦੋਂ ਵੀ ਰਫਾ ਹਾਜਤ ਵਾਸਤੇ ਜਾਣਾ ਹੈ, ਬਹਿਣਾ ਹੈ, ਤੁਹਾਡਾ ਮੂੰਹ ਕਿਬਲੇ ਵੱਲ ਨਾ ਆਵੇ। ਅਗਰ ਕਮੋਡ ਦਾ ਮੂੰਹ ਉਸ ਤਰ੍ਹਾਂ ਕਿ ਬਾਜ਼ ਬਾਥਰੂਮਾਂ 'ਚ ਕਮੋਡ ਉਸ ਜਗ੍ਹਾ ਤੇ ਲੱਗਿਆ ਕਿ ਤੁਹਾਡਾ ਮੂੰਹ ਕਿਬਲੇ ਵੱਲ ਹੁੰਦਾ ਹੈ, ਤਾਂ ਤੁਸੀਂ ਉਹਦੇ ਤੇ ਥੋੜੇ ਤਿਰਛੇ ਹੋ ਕੇ ਬਹਿ ਜਾਓ। ਸਾਰੇ ਕਮੋਡ ਤੇ ਨਹੀਂ ਪੜ ਸਕਦੇ ਨਾ, ਲੇਕਿਨ ਤੁਸੀਂ ਤੇ ਆਪਣੇ ਆਪ ਨੂੰ ਇੱਧਰ ਉੱਧਰ ਥੋੜਾ ਘੁਮਾ ਸਕਦੇ ਹੋ ਨਾ। ਤੇ ਉਹ ਕੋਸ਼ਿਸ਼ ਕਰੋ ਕਿ ਉਹ ਹਮੇਸ਼ਾ ਬਾਥਰੂਮ 'ਚ ਜਦੋਂ ਫਾਰਗ ਹੋ ਤੇ ਪਾਣੀ ਇਸਤੇਮਾਲ ਕਰਨਾ ਹੈ, ਠੀਕ ਹੈ ਨਾ। ਟਾਇਲਟ ਪੇਪਰ ਤੋਂ ਬਾਅਦ ਪਾਣੀ ਜ਼ਰੂਰ ਇਸਤੇਮਾਲ ਕਰਨਾ ਹੈ। ਔਰ ਫਿਰ ਸਾਬਣ ਨਾਲ, ਸੋਪ ਨਾਲ ਚੰਗੇ ਹੱਥ ਧੋਣੇ ਨੇ। ਔਰ ਉੱਥੇ ਜ਼ਿਆਦਾ ਟਾਈਮ ਨਹੀਂ ਲਾਣਾ ਹੁੰਦਾ ਨਾ ਕਿ ਨਾਲ ਸੈੱਲਫੋਨ ਖੜਿਆ, ਗੱਲਾਂ ਲੱਗੇ ਹੋ ਕਰਨ। ਬਾਥਰੂਮ 'ਚ ਤੇ ਗੱਲ ਕਰਨੀ ਨਹੀਂ ਹੈ, ਵੀ ਬਾਥਰੂਮ 'ਚ ਬੋਲਣਾ ਹੈ ਹੀ ਨਹੀਂ, ਖਾਮੋਸ਼ ਰਹਿਣਾ ਹੈ। ਅਗਰ ਬਾਥਰੂਮ 'ਚ ਕੋਈ ਤੁਹਾਡੀ ਜ਼ਬਾਨ ਤੋਂ ਬਾਥਰੂਮ ਦੀ ਦੁਆ ਵੀ ਨਿਕਲਣੀ ਹੈ, ਕੋਈ ਜ਼ਿਕਰ ਵੀ ਨਿਕਲਣਾ, ਤੇ ਦਿਲ 'ਚ ਜ਼ਬਾਨ ਨਹੀਂ ਹਿਲਣੀ ਚਾਹੀਦੀ। ਜ਼ਬਾਨ ਦਾ ਜ਼ਿਕਰ ਬਾਥਰੂਮ 'ਚ ਮਨਾ ਹੈ। ਜਲਦੀ ਜਲਦੀ ਬਾਥਰੂਮ 'ਚ ਬਾਹਰ ਆਉਣਾ ਹੈ। ਸੀਟੀਆਂ ਬਾਜ਼ ਬੱਚੇ ਉੱਥੇ ਵਜਾਉਂਦੇ ਨੇ, ਗਾਣਾ ਸੁਣਦੇ ਨੇ, ਗਾਣਾ ਗਾਉਂਦੇ ਨੇ, ਨਾਉਜ਼ ਬਿੱਲਾ, ਤੇ ਉਹ ਤੇ ਉੱਥੇ ਸ਼ੈਤਾਨੀ ਜਿੰਨਾਤੀ ਚੀਜ਼ਾਂ ਨੇ। ਔਰ ਅਗਰ ਤੁਸੀਂ ਖਾਮੋਸ਼ ਰਹਿੰਦੇ ਔਰ ਦੁਆ ਪੜ੍ਹ ਕੇ ਗਏ ਹੋ, ਤੇ ਤੁਹਾਡੇ ਤੇ ਉਹਨਾਂ ਸ਼ੈਤਾਨੀ ਚੀਜ਼ਾਂ ਦੇ ਦਰਮਿਆਨ ਅੱਲਾਹ ਪਾਕ ਪਰਦਾ ਪਾ ਦਿੰਦੇ ਨੇ, ਉਹ ਤੁਹਾਨੂੰ ਦੇਖ ਨਹੀਂ ਸਕਦੇ, ਵਰਨਾ ਤੇ ਉਹ ਨੰਗੀਆਂ ਦੇਖਦੇ ਨੇ। ਔਰ ਅਗਰ ਕੋਈ ਸੀਟੀ ਵਜਾ ਰਿਹਾ, ਕੋਈ ਫੋਨ ਤੇ ਗੱਲ ਕਰ ਰਿਹਾ, ਤੇ ਇਹ ਸਾਰੀਆਂ ਚੀਜ਼ਾਂ ਬਾਹਰ ਰੱਖ ਛੱਡ ਕੇ ਜਾਣੀਆਂ ਨੇ। ਅਗਰ ਅਜ਼ਾਨ ਵੀ ਹੁੰਦੀ ਹੈ ਤੇ ਤੁਸੀਂ ਬਾਥਰੂਮ 'ਚ ਬੈਠੇ ਹੋ, ਉੱਥੇ ਅਜ਼ਾਨ ਦਾ ਜਵਾਬ ਵੀ ਨਹੀਂ ਦੇਣਾ, ਕਿਉਂਕਿ ਗੰਦੀ ਜਗ੍ਹਾ ਹੈ ਨਾ। ਔਰ ਅਗਰ ਕੋਈ ਆਉਂਦਾ ਕਮਰੇ 'ਚ, ਤੁਹਾਨੂੰ ਬਾਥਰੂਮ 'ਚ ਆਵਾਜ਼ ਆਈ ਹੈ, ਕੋਈ ਸਲਾਮ ਪਿਆ ਕਰਦਾ, ਤੁਸੀਂ ਜਵਾਬ ਨਹੀਂ ਦੇਣਾ। ਗੁਸਲਖਾਨੇ 'ਚ ਕਿਸੇ ਵੀ ਅਜ਼ਾਨ ਜਾਂ ਸਲਾਮ ਦਾ ਜਵਾਬ ਨਹੀਂ ਦੇਣਾ।
ਔਰ ਬਹਿ ਕੇ ਫਾਰਗ ਹੋਣਾ ਹੈ, ਖੜੇ ਹੋ ਕੇ ਨਹੀਂ। ਔਰ ਬਾਹਰ ਆਉਣਾ ਹੈ ਤੇ ਸੱਜਾ ਪੈਰ, ਠੀਕ ਹੈ ਨਾ, ਦਾਇਆ ਜਿਹੜਾ ਉਹਨੂੰ ਬਾਹਰ ਰੱਖਣਾ ਹੈ। ਔਰ ਜਦੋਂ ਕੱਪੜੇ ਵੀ ਪਾਣੇ ਨੇ ਤੇ ਅੱਲਾਹ ਦਾ ਨਾਮ ਲੈ ਕੇ ਪਾਣੇ ਨੇ। ਯਾਨੀ ਕੋਈ ਵੀ ਕੱਪੜਾ ਤੁਸੀਂ ਕਲਮਾ ਪੜ੍ਹ ਕੇ ਅਗਰ ਪਾਉਂਦੇ ਹੋ ਤੇ ਉਹ ਜਿੰਨੀ ਦੇਰ ਤੱਕ ਤੁਹਾਡੇ ਵਜੂਦ ਤੇ ਰਵੇਗਾ, ਤੁਹਾਡੀ ਹਿਫਾਜ਼ਤ ਦਾ ਬੰਦੋਬਸਤ ਹੋਵੇਗਾ। ਫਰਿਸ਼ਤੇ ਤੁਹਾਡੇ ਵਾਸਤੇ ਦੁਆ ਕਰਨ ਦੇ। ਕੋਈ ਔਖਾ ਕੰਮ ਹੈ ਕਿ ਤੁਸੀਂ ਅਗਰ, ਵੈਸੇ ਤੇ ਅਮਲ ਇਹ ਹੈ ਕਿ ਤੁਸੀਂ ਅਗਰ ਸ਼ਲਵਾਰ ਪਾਉਂਦੇ ਹੋ, ਪੈਂਟ ਪਾਉਂਦੇ ਹੋ ਤੇ ਤੁਸੀਂ ਸੂਰਤ ਫਲਕ ਨਾਸ ਪੜੋ, ਠੀਕ ਹੈ ਨਾ। ਅੱਲਾਹ ਕਰੀਮ ਤੁਹਾਡੇ ਇੱਜ਼ਤ ਸ਼ਰਮ ਭਰਮ ਦੀ ਹਿਫਾਜ਼ਤ ਕਰਨ ਦੇ। ਅਗਰ ਤੁਸੀਂ ਕੁਰਤਾ ਪਾਉਂਦੇ ਹੋ, ਟਾਪ ਸ਼ਰਟ ਪਾਉਂਦੇ ਹੋ ਤੇ ਫਿਰ ਤੁਸੀਂ ਅਲਮ ਨਸ਼ਰਾ ਪੜੋ। ਅੱਲਾਹ ਪਾਕ ਤੁਹਾਡੀ ਜ਼ਿੰਦਗੀ ਨੂੰ ਆਸੂਦਾ ਆਸਾਨ ਰੱਖਣ ਦੇ। ਔਰ ਅਗਰ ਦੁਪੱਟਾ ਲੈਂਦੇ ਹੋ ਤੇ ਆਇਤਲ ਕੁਰਸੀ ਪੜੋ। ਅੱਲਾਹ ਕਰੀਮ ਤੁਹਾਡੀ ਇੱਜ਼ਤ ਪਰਦੇ ਆਬਰੂ ਦੀ ਹਿਫਾਜ਼ਤ ਫਰਮਾਣ ਦੇ। ਲੇਕਿਨ ਅਗਰ ਕੁਛ ਵੀ ਨਹੀਂ ਕਰ ਸਕਦੇ ਤੇ ਕਲਮਾ ਪੜੋ। ਅੱਲਾਹ ਕਰੀਮ ਆਖਰੀ ਵਕਤ ਤੇ ਵੀ ਇਨਸ਼ਾਅੱਲਾ ਉਹਦੀ ਰਹਿਮਤ ਨਾਲ ਕਲਮਾ ਪੜਨ ਦੇਣਗੇ, ਕਿਉਂਕਿ ਤੁਸੀਂ ਕੱਪੜੇ ਲਾਂਦਿਆਂ ਪਾਉਂਦਿਆਂ ਤੁਸੀਂ ਕਲਮਾ ਪੜਿਆ। ਕਲਮਾ ਤੁਹਾਡੀ ਜ਼ੁਬਾਨ ਤੇ ਜਾਰੀ ਹੈ ਔਰ ਤੁਸੀਂ ਕਲਮੇ ਨੂੰ ਪੜੋ। ਕੋਈ ਮੁਸ਼ਕਿਲ ਕੰਮ ਹੈ। ਔਰ ਅੱਲਾਹ ਦਾ ਸ਼ੁਕਰ ਕਰੋ ਕਿ ਅੱਲਾਹ ਸੁਣਿਆ ਕਿੰਨੇ ਹੀ ਬੰਦੇ ਨੇ ਕਾਇਨਾਤ 'ਚ ਜਿਨ੍ਹਾਂ ਨੂੰ ਕੱਪੜਾ ਨਹੀਂ ਨਸੀਬ। ਤੁਸੀਂ ਮਨੋ ਵਜੂਦ ਢਾਂਪਣੇ ਵਾਸਤੇ ਕੱਪੜਾ ਤੇ ਤੁਹਾਡੀ ਬੜੀ ਮਿਹਰਬਾਨੀ ਹੈ। ਔਰ ਜਿਹੜਾ ਬੰਦਾ ਸ਼ੁਕਰ ਕਰਦਾ ਨਾ, ਉਹਦੀਆਂ ਨਿਅਮਤਾਂ ਤੇ ਅੱਲਾਹ ਕਰੀਮ ਇੰਨੀਆਂ ਵਧਾਉਂਦੇ ਨੇ ਕਿ ਉਹਦੇ ਕੋਲ ਰੱਖਣੇ ਦੀ ਜਗ੍ਹਾ ਨਹੀਂ ਰਹਿੰਦੀ, ਅਲਹਮਦੁਲਿਲਾ। ਔਰ ਜਦੋਂ ਕੱਪੜੇ ਪਾਓ ਤੇ ਇਹ ਨਾ ਹੋਵੇ ਕਿ ਲੋਕ ਤੱਕਣ ਤੇ ਆਖਣ ਵੀ ਬੜੇ ਸੋਹਣੇ ਨੇ, ਬੜੇ ਬ੍ਰਾਂਡਡ ਕੱਪੜੇ ਨੇ, ਇਹ ਕਲਰ ਤੇ ਕਿਧਰੇ ਦੇਖਿਆ ਹੀ ਨਹੀਂ, ਕਦੋਂ ਕਿੱਥੋਂ ਲਿਆ ਜੇ। ਇਸ ਨੀਅਤ ਨਾਲ ਕੱਪੜੇ ਨਹੀਂ ਪਾਣੇ। ਇਹ ਫਖਰ ਹੋ ਜਾਏਦਾ ਔਰ ਫਿਰ ਗੁਨਾਹ ਹੈ, ਇਹਦੇ ਤਕੱਬਰ ਹੈ। ਅਸੀਂ ਕੀ ਕਰਨੇ, ਅਸੀਂ ਕਹਿੰਦੇ ਹਾਂ ਕਿ ਉਹ ਫਲਾਣੀ ਸ਼ਾਦੀ ਹੋਈ ਹੈ, ਉੱਥੇ ਮੈਂ ਸੂਟ ਪਾ ਕੇ ਗਈ ਹਾਂ, ਉਹਨੇ ਦੁਬਾਰਾ ਨਹੀਂ ਪਾਉਣਾ, ਉੱਥੇ ਉਹੀ ਲੋਕ ਆਏ ਹੋਣ ਦੇ, ਤੇ ਇਹਦਾ ਮਤਲਬ ਅਸੀਂ ਦਿਖਾਵੇ ਵਾਸਤੇ ਪਾਉਂਦੇ ਹਾਂ ਤੇ ਇਹ ਤਕੱਬਰ ਹੈ, ਇਹਦਾ ਗੁਨਾਹਗਾਰ ਹੁੰਦੇ ਹਾਂ ਅਸੀਂ। ਇੰਜ ਨਹੀਂ ਸੋਚਣਾ ਬਿਲਕੁਲ। ਔਰ ਅਗਰ ਕੋਈ ਨਵਾਂ ਸੂਟ ਹੈ ਤਾਂ ਕੋਸ਼ਿਸ਼ ਕਰੋ ਉਹਨੂੰ ਜੁਮੇ ਦੇ ਦਿਨ ਪਾਓ ਤਾਂ ਕਿ ਉਹਦਾ ਅਜਰ ਹੋਰ ਵੱਧ ਜਾਏ। ਉਹਦੀ ਦੁਆ ਪੜੋ। ਔਰ ਕਿਸੇ ਨੂੰ ਨਵੇਂ ਕੱਪੜੇ ਪਾਏ ਤੱਕੋ ਤੇ ਉਹਨੂੰ ਵੀ ਦੁਆ ਦਿਓ ਕਿ ਅੱਲਾਹ ਤੈਨੂੰ ਡਾਣੇ ਨਸੀਬ ਕਰੇ, ਇਹਨਾਂ ਦੀ ਬਰਕਤ ਦੇ ਤੇਰਿਆਂ ਕੱਪੜਿਆਂ ਦੀ। ਸੜਨਾ ਥੋੜੀ ਹੁੰਦਾ ਲੋਕਾਂ ਦੇ ਕੱਪੜੇ ਤੱਕ ਕੇ। ਔਰ ਜਦੋਂ ਵੀ ਤੁਸੀਂ ਕੱਪੜਾ ਪਾਓ ਤੇ ਪਹਿਲਾਂ ਸੱਜੇ ਪਾਸਿਓਂ ਸਿੱਧੇ ਪਾਸਿਓਂ ਪਾਓ। ਯਾਨੀ ਤੁਸੀਂ ਕਮੀਜ਼ ਪਾਣ ਲਿਓ ਤੇ ਪਹਿਲਾਂ ਉਹਦੇ 'ਚ ਦਾਈ ਸਿੱਧਾ ਹੱਥ ਪਾਉਣਾ ਹੈ, ਫਿਰ ਖੱਬਾ ਬਾਜ਼ੂ ਪਾਉਣਾ ਹੈ, ਠੀਕ ਹੈ ਨਾ। ਔਰ ਅਗਰ ਸ਼ਲਵਾਰ ਪਾਣੀ ਹੈ ਤੇ ਪਹਿਲਾਂ ਸੱਜੇ ਪਾਸੇ ਨੂੰ ਪਾਉਣਾ ਹੈ। ਇਸ ਗੱਲ ਨੂੰ ਪੱਕਿਆਂ ਜ਼ੇਨ 'ਚ ਰੱਖਣਾ ਹੈ ਕਿ ਦਾਈ ਤਰਫੋਂ ਪਾਉਣਾ ਹੈ ਤੇ ਬਾਈ ਤਰਫੋਂ ਲਾਣਾ ਹੈ ਕੱਪੜਾ। ਖੱਬੇ ਪਾਸਿਓਂ ਲਾਣਾ ਹੈ, ਸੱਜੇ ਪਾਸਿਓਂ ਪਾਣੇ ਦੀ ਇਬਤਦਾ ਕਰਨੀ ਹੈ। ਔਰ ਜਿਸ ਵਕਤ ਵੀ ਕੱਪੜੇ ਪਾਣੇ ਨੇ ਝਾੜ ਕੇ ਪਾਣੇ ਨੇ, ਸੁਨਨਤ ਹੈ। ਕੀ ਪਤਾ ਕੱਪੜੇ 'ਚ ਕੋਈ ਕੀੜਾ ਮਕੌੜਾ ਹੋਵੇ, ਠੀਕ ਹੈ ਨਾ। ਕੱਪੜੇ ਲਾਣੇ ਵੀ ਨੇ ਤੇ ਬਿਸਮਿल्लाह ਪੜ੍ਹ ਕੇ ਲਾਣੇ ਨੇ, ਪਾਣੇ ਨੇ ਕਲਮਾ ਬਿਸਮਿल्लाह ਪੜ੍ਹ ਕੇ ਪਾਣੇ ਨੇ, ਠੀਕ ਹੈ ਨਾ। ਔਰ ਐਸੀ ਜਗ੍ਹਾ ਕੱਪੜੇ ਲਾਣੇ ਪਾਣੇ ਨੇ ਜਿੱਥੇ ਪਰਦਾ ਹੋਵੇ। ਦੇਖ ਲਓ ਆਪਣੇ ਖਿੜਕੀਆਂ ਵਗੈਰਾ ਬੰਦ ਨੇ, ਦਰਵਾਜ਼ਾ ਖੁੱਲੇ ਔਰ ਫਟਾਫਟ ਅੰਮਾ ਜੀ ਕੱਪੜੇ ਬਦਲ ਰਹੇ ਨੇ, ਇਸ ਤਰ੍ਹਾਂ ਨਹੀਂ ਕਰਨਾ। ਸ਼ਰਮੋ ਹਯਾ ਬੁੱਢੇ ਜਵਾਨ ਸਭ ਵਾਸਤੇ ਜ਼ਰੂਰੀ ਹੈ। ਬੁੱਢੇ ਹੋਣੇ ਦਾ ਇਹ ਮਤਲਬ ਨਹੀਂ ਹੈ ਵੀ ਕਿ ਸ਼ਰਮੋ ਹਯਾ ਹੀ ਲਾ ਕੇ ਰੱਖ ਦਿੱਤੀ ਜਾਏ ਕਿ ਸਾਰੇ ਘਰ 'ਚ ਫਿਰਦੇ ਨੇ ਪਏ ਅੰਮਾ ਜੀ ਕਮੀਜ਼ ਬਦਲਦੇ ਨੇ ਪਏ। ਇੰਜ ਨਹੀਂ ਕਰਨਾ। ਐਸੀ ਜਗ੍ਹਾ ਸੁਨਨਤ ਕੇ ਕੱਪੜੇ ਐਸੀ ਜਗ੍ਹਾ ਬਦਲੋ ਜਿੱਥੇ ਕੋਈ ਨਾ ਦੇਖੇ। ਔਰ ਜਦੋਂ ਕੱਪੜੇ ਲਾਣੇ ਨੇ ਜਾਂ ਉਹਨਾਂ ਨੂੰ ਹੈਂਗਰ ਤੇ ਕਿਲ ਤੇ ਜਿੱਥੇ ਵੀ ਜੋ ਤਰੀਕਾ ਕੁੰਡੀ ਤੇ ਟੰਗਣਾ ਹੈ ਜਾਂ ਉਹਨਾਂ ਨੂੰ ਤੈਅ ਕਰਕੇ ਰੱਖਣਾ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਹਮੇਸ਼ਾ ਕੱਪੜਿਆਂ ਨੂੰ ਲਟਕਾਉਂਦੇ, ਤੈਅ ਕਰਕੇ ਰੱਖਦੇ। ਔਰ ਕੁੜੀਆਂ ਨੂੰ ਚਾਹੀਦਾ ਮੁੰਡਿਆਂ ਵਾਲੇ ਕੱਪੜੇ ਨਾ ਪਾਉਣ ਔਰ ਮੁੰਡਿਆਂ ਨੂੰ ਚਾਹੀਦਾ ਕੁੜੀਆਂ ਵਾਲੇ ਨਾ ਪਾਉਣ। ਸਖਤੀ ਨਾਲ ਮਨਾ ਹੈ। ਅੱਜ ਕੱਲ੍ਹ ਇਹ ਫੈਸ਼ਨ ਚੱਲ ਗਿਆ ਨਾ, ਮਾਈ ਮੋੜੇ ਜੇ ਬਣੇ ਸਾਰੇ ਫਿਰਦੇ ਨੇ, ਰੰਨ ਜਨਾਨੀਆਂ ਜੇ ਮਰਦ ਬਣੇ ਫਿਰਦੇ ਨੇ। ਨਹੀਂ, ਹਮੇਸ਼ਾ ਕੁੜੀਆਂ ਵਾਲੇ, ਮੁੰਡੇ ਵਾਲੇ ਕੱਪੜੇ ਪਾਉਣ। ਔਰ ਬੱਚੀਆਂ ਆਪਣੀਆਂ ਨੂੰ ਆਦਤ ਪਾਓ ਕਿ ਉਹ ਬਰੀਕ ਕੱਪੜਾ ਨਾ ਪਾਉਣ, ਹੈ ਵੀ ਤੰਗ ਛੋਟਾ ਫਸਿਆ, ਉਹਦੇ 'ਚ ਸ਼ਰਮੋ ਹਯਾ ਦਾ ਪਹਿਲੂ ਹੈ ਨਾ, ਠੀਕ ਹੈ ਨਾ। ਔਰ ਕੋਸ਼ਿਸ਼ ਕਰਨੀ ਹੈ ਕਿ ਮਰਦ ਜਿਹੜੇ ਨੇ ਆਪਣੀ ਪੈਂਟ ਸ਼ਲਵਾਰ ਟਖਨਿਆਂ ਤੋਂ ਉੱਤੇ ਰੱਖਣ, ਇਹ ਸੁਨਨਤ ਹੈ। ਔਰ ਲੜਕੀਆਂ ਜਿਹੜੀਆਂ ਨੇ ਉਹ ਟਖਨਿਆਂ ਤੋਂ ਨੀਚੇ ਰੱਖਣ। ਅੱਜ ਕੱਲ੍ਹ ਪੁੱਠਾ ਕੰਮ ਚੱਲਿਆ ਹੈ। ਲੜਕੇ ਜਿਹੜੇ ਨੇ ਉਹਨਾਂ ਦੀ ਪੈਂਟ ਪੈਰਾਂ ਥੱਲੇ ਆ ਰਹੀ ਹੁੰਦੀ ਹੈ, ਇੰਨਾ ਲਿਲਾਹਿ ਵ ਇੰਨਾ ਇਲੈਹਿ ਰਾਜਿਊਨ। ਔਰ ਜਿਹੜੀਆਂ ਕੁੜੀਆਂ ਨੇ ਉਹਨਾਂ ਦੀ ਪੈਂਟ ਜਿਹੜੀ ਹੈ ਉਹ ਚੰਗੀ ਯਾਨੀ ਉੱਤੇ ਗਈ ਹੁੰਦੀ ਹੈ। ਅਸਤਗਫਿਰੁल्लाह ਰੱਬੀ ਮਿਨ ਕੁੱਲੀ ਜ਼ੰਬਿਨ व अतूबु इलैह। कभी ਉਹਨਾਂ ਨੂੰ ਪਤਾ ਚੱਲ ਜੇ ਨਾ ਕਿ ਦੋਜ਼ਖ ਦੇ ਹਾਲਾਤ ਕੀ ਨੇ, ਕਿਉਂਕਿ ਦੱਸਿਆ ਕਿਸੇ ਨੇ ਨਾ, ਇਹ ਵੀ ਮਸਲਾ ਹੈ। ਉਹ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਵੀ। ਔਰ ਕੋਸ਼ਿਸ਼ ਕਰਨੀ ਹੈ ਸਾਫ਼ ਸੁਥਰੇ ਕੱਪੜੇ ਪਾਓ, ਇਹ ਸੁਨਨਤ ਹੈ। ਅਗਰ ਮੈਲੇ ਕੱਪੜੇ ਨੇ ਤਾਂ ਉਹਨਾਂ ਨੂੰ ਧੋਵੋ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਇੱਕ ਬੰਦਾ ਆਇਆ ਤੇ ਉਹਨੇ ਬੜੇ ਹੀ ਮੈਲੇ ਕੱਪੜੇ ਪਾਏ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਤੇਰੇ ਕੋਲ ਕੋਈ ਸਾਬਣ ਨਹੀਂ ਆ ਕਿ ਤੂੰ ਕੱਪੜੇ ਧੋ ਲੈਂਦਾ। ਯਾਨੀ ਸਾਬਣ ਤੇ ਤੂੰ ਅਫੋਰਡ ਕਰ ਸਕਦਾ ਹੈ ਨਾ, ਕੱਪੜੇ ਧੋ ਕੇ ਪਾਓ। ਯਾਨੀ ਇਹ ਨਹੀਂ ਕਿ ਅਸੀਂ ਕਹੀਏ ਕਿ ਬਈ ਖੁਦਾ ਨਾ ਖਾਸਤਾ ਅਸੀਂ ਗਰੀਬ ਹਾਂ ਤੇ ਗੰਦੇ ਰਵੀਏ, ਨਹੀਂ।
ਗੁਰਬਤ ਸਾਹਬਾ ਤੇ ਜਿੰਨੀ ਆਈ ਹੈ ਨਾ, ਜਿੰਨਾ ਨਬੀ ਦੇ ਘਰਾਣੇ ਤੇ ਆਈ ਹੈ, 3 ਮਹੀਨੇ ਚੁੱਲ੍ਹਾ ਨਹੀਂ ਜਲਿਆ। ਸਾਡੇ ਚ ਕਿਹੜਾ ਐਸਾ ਘਰ ਹੈ ਜਿੱਥੇ 3 ਮਹੀਨੇ ਜਿੱਥੇ ਖਾਣਾ ਨਾ ਪੱਕੇ। ਤੇ ਉਹਨਾਂ ਤੇ ਸਫਾਈ ਦਾ ਬਹੁਤ ਖਿਆਲ ਰੱਖਿਆ, ਕਿਉਂਕਿ ਸਫਾਈ ਅੱਧਾ ਈਮਾਨ ਹੈ। ਸਫਾਈ ਅੱਧਾ ਈਮਾਨ ਹੈ। ਔਰ ਨੰਗੇ ਪੈਰ ਨਹੀਂ ਫਿਰਨਾ, ਜੁੱਤੀਆਂ ਪਾਣਾ ਸੁन्नत ਹੈ, ਠੀਕ ਹੈ ਨਾ। ਹਮੇਸ਼ਾ ਕਿਸੇ ਵੇਲੇ ਸਬਜ਼ ਘਾਹ ਹੈ ਜਾਂ ਇਸ ਤਰ੍ਹਾਂ ਦੀ ਜਗ੍ਹਾ ਪਾਰਕ ਵਗੈਰਾ ਹੈ, ਉੱਥੇ ਤੁਸੀਂ ਨੰਗੇ ਪੈਰ ਟਹਿਲ ਸਕਦੇ ਹੋ, ਲੇਕਿਨ ਨੰਗੇ ਪੈਰ ਨੂੰ ਦੂਜਿਆਂ ਦੀਆਂ ਜੁੱਤੀਆਂ, ਕਿਸੇ ਦੇ ਘਰ ਗਏ ਹੋ ਸਾਰਿਆਂ ਦੀਆਂ ਜੁੱਤੀਆਂ ਦਰਵਾਜ਼ੇ 'ਚ ਪਈਆਂ ਤੇ ਤੁਸੀਂ ਕਿਸੇ ਦੀਆਂ ਵੀ ਪਾ ਕੇ ਟੁਰ ਗਏ ਹੋ, ਇੰਜ ਨਹੀਂ ਕਰਨਾ। ਆਪਣੀਆਂ ਹੀ ਜੁੱਤੀਆਂ ਪਾਣੀਆਂ ਨੇ, ਦੂਜੇ ਦੀਆਂ ਜੁੱਤੀਆਂ ਬਗੈਰ ਪੁੱਛਿਓ ਨਹੀਂ ਪਾਣੀਆਂ, ਇਹ ਖਿਆਨਤ ਹੈ। ਔਰ ਕਈ ਲੋਕ ਮੈਂ ਤੱਕੇ ਨੇ ਇੱਕ ਚੱਪਲ ਪਾਈ ਤੇ ਫਿਰਦੇ ਨੇ ਪਏ, 2 ਚੱਪਲ ਪਾਣਾ ਸੁन्नत ਹੈ। ਔਰ ਇੱਕੋ ਜੇ, ਇਹ ਨਹੀਂ ਇੱਕ ਨੀਲੀ ਪਾਈ ਇੱਕ ਪੀਲੀ ਪਾਈ ਜਲਦੀ ਚ ਨਿਕਲੀ, ਨਹੀਂ, ਦੇਖ ਕੇ ਪਾਓ, ਇੱਕੋ ਜਿਹੀਆਂ ਜੁੱਤੀਆਂ ਪਾਓ। ਔਰ ਸਾਫ ਸੁਥਰੀ ਚੱਪਲ ਰੱਖੋ, ਪਾਲਿਸ਼ ਕਰੋ, ਧੋ ਕੇ ਰੱਖੋ। ਔਰ ਅਗਰ ਟੁੱਟੀ ਹੈ ਤਾਂ ਉਹਨੂੰ ਸੀ ਲਓ, ਮੁਰੰਮਤ ਕਰ ਲਓ, ਝਾੜ ਕੇ ਪਾਓ। ਜਦੋਂ ਵੀ ਜੁੱਤੀਆਂ ਪਾਓ, ਕੀ ਪਤਾ ਉਹਦੇ ਚ ਕੋਈ ਕੀੜਾ ਪਤੰਗਾ ਕਿਧਰੇ ਵੜ ਗਿਆ ਹੋਵੇ, ਉਹ ਨੁਕਸਾਨ ਦੇ। ਸੁन्नत ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਹਮੇਸ਼ਾ ਜੁੱਤੀ ਝਾੜ ਕੇ ਪਾਉਂਦੇ ਹੈ ਨਾ। ਪਹਿਲੇ ਸੱਜੇ ਪੈਰ 'ਚ ਪਾਣੀ ਹੈ, ਫਿਰ ਦੂਜੇ ਪੈਰ 'ਚ ਪਾਣੀ ਹੈ, ਬਹਿ ਕੇ ਜੁੱਤੀ ਪਾਣੀ ਹੈ, ਖੜੇ ਹੋ ਕੇ ਬਾਅਦ ਉਸका ਦਰਦ ਨਿਕਲ ਜਾਂਦੀ ਹੈ, ਠੀਕ ਹੈ ਨਾ। ਔਰ ਕੋਸ਼ਿਸ਼ ਕਰਨੀ ਹੈ ਕਿ ਜਦੋਂ ਸੁਬਹ ਜਾਗੇ ਹੋ, ਬਾਥਰੂਮ 'ਚ ਫਾਰਿਗ ਹੋਏ ਹੋ, ਫਿਰ ਤੁਸੀਂ ਵਜ਼ੂ ਕਰਕੇ ਨਿਕਲੋ ਬਾਥਰੂਮ 'ਚ। ਔਰ ਫਜਰ ਪੜ੍ਹੋ ਪ੍ਰੋਪਰ ਤਰੀਕੇ ਨਾਲ। ਅਗਰ ਫਜਰ ਦਾ ਟਾਈਮ ਹੈ ਤੇ ਫਿਰ ਤੁਸੀਂ ਪਹਿਲਾਂ ਸੁन्नतां ਪੜ੍ਹਨੀਆਂ ਨੇ, ਫਿਰ ਫਰਜ਼ ਪੜ੍ਹਨਾ। ਲੇਕਿਨ ਅਗਰ ਸੂਰਜ ਨਿਕਲਣੇ ਵਾਲਾ, ਤੁਸੀਂ ਦੇਰ ਨਾਲ ਜਾਗੇ ਹੋ, ਇਹ ਨਿਕਲਿਆ ਨਹੀਂ, ਸੂਰਜ ਨਿਕਲੇ ਤੋਂ ਜਸਟ ਪਹਿਲਾਂ ਤੁਸੀਂ ਜਾਗੇ ਹੋ, ਤੇ ਫਿਰ ਫਟਾਫਟ ਫਰਜ਼ ਪੜ੍ਹ ਲਓ। ਫਿਰ ਇੰਤਜ਼ਾਰ ਕਰੋ ਸੂਰਜ ਜਦੋਂ ਨਿਕਲ ਜਾਏ ਪੂਰਾ, ਫਿਰ ਸੁन्नतां ਪੜ੍ਹੋ, ਫਿਰ ਇਸ਼ਰਾਕ ਦੇ 2 ਨਫਲ ਪੜ੍ਹੋ। ਕਿਉਂਕਿ ਇਸ਼ਰਾਕ ਦੇ ਜਿਹੜੇ 2 ਨਫਲ ਨੇ ਨਾ, ਉਹ ਦੋਜ਼ਖ ਦੀ ਅੱਗ ਨੂੰ ਠੰਡਾ ਕਰਦੇ ਨੇ। ਹਜ ਔਰ ਉਮਰੇ ਦਾ ਮਕਬੂਲ, ਹਜ ਔਰ ਉਮਰੇ ਦਾ ਸਵਾਬ ਹੈ। ਤੇ ਦਿਓ ਜਦੋਂ ਨਿਕਲ ਆਵੇ ਤੇ ਫਿਰ 2 ਨਫਲ ਜ਼ਰੂਰ ਪੜ੍ਹਨੇ ਨੇ। ਔਰ ਅਗਰ ਮਰਦ ਨੇ ਤਾਂ ਮਸਜਿਦ ਜਾਂਦੇ ਨੇ ਤੇ ਘਰੋਂ ਵਜ਼ੂ ਕਰਕੇ ਜਾਣ। ਇਹ ਨਹੀਂ ਕਿ ਉੱਥੇ ਮਸਜਿਦ ਦਾ ਪਾਣੀ ਜਾ ਕੇ ਪੇ ਜ਼ਾਇਆ ਕਰੋ, ਘਰੋਂ ਵਜ਼ੂ ਕਰਕੇ ਜਾਣਾ ਸੁन्नत ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਆਪਣੇ ਹੁਜਰਾ ਮੁਬਾਰਕ 'ਚ ਵਜ਼ੂ ਕਰਕੇ ਮਸਜਿਦ ਆਉਂਦੇ। ਤੇ ਇਹ ਸੁन्नत ਦਿਨ ਬ ਦਿਨ ਖਤਮ ਹੋ ਰਹੀ ਹੈ। ਲੋਕ ਜਿਹੜੇ ਨੇ ਉਹ ਜਾਂਦੇ ਨੇ ਮਸਜਿਦਾਂ 'ਚ ਜਾ ਕੇ ਵਜ਼ੂ ਨਾ ਕਰੋ ਇਸ ਤਰ੍ਹਾਂ ਨਾ। ਔਰ ਕੋਸ਼ਿਸ਼ ਕਰਨੀ ਹੈ ਕਿ ਜਦੋਂ ਘਰ 'ਚੋਂ ਨਿਕਲੋ ਤੇ ਸਲਾਮ ਕਰਕੇ ਨਿਕਲੋ, ਦੁਆ ਪੜ੍ਹ ਕੇ ਨਿਕਲੋ, ਯਾ ਹਾਫਿਜ਼ੋ ਯਾ ਸਲਾਮੋ ਪੜ੍ਹ ਕੇ ਨਿਕਲੋ। ਔਰ ਅਗਰ ਰਾਸਤੇ 'ਚ ਤੁਸੀਂ ਚੱਲ ਰਹੇ ਹੋ, ਮਸਜਿਦ ਜਾ ਰਹੇ ਹੋ, ਤੇ ਰਾਸਤੇ ਦੇ ਸੱਜੇ ਪਾਸੇ ਦਾएं ਤਰਫ ਚਲੋ, ਸਿੱਧੇ ਪਾਸੇ, ਖੱਬੇ ਪਾਸੇ ਨਹੀਂ ਚੱਲਣਾ। ਔਰ ਅਗਰ ਔਰਤਾਂ ਵੀ ਨੇ ਤੇ ਮਰਦ ਵੀ ਨੇ ਤੇ ਅਲੱਗਾ ਹੋ ਕੇ ਚਲੋ, ਔਰਤਾਂ ਅਲੱਗਾ, ਮਰਦ ਅਲੱਗਾ। ਰਾਸਤੇ 'ਚ ਕੋਈ ਜਾਣਨੇ ਵਾਲਾ ਮਿਲ ਜਾਏ ਉਹਨੂੰ ਸਲਾਮ ਕਰੋ, ਠੀਕ ਹੈ ਨਾ। ਅਗਰ ਕੋਈ ਤੁਹਾਡੇ ਕੋਲ ਰਾਹ ਪੁੱਛੇ ਉਹਨੂੰ ਰਾਹ ਦੱਸੋ। ਔਰ ਅਗਰ ਤੁਹਾਨੂੰ ਪਤਾ ਹੈ ਤੇ ਤਾਂ ਦੱਸੋ, ਨਹੀਂ ਪਤਾ ਤੇ ਨਾ ਦੱਸੋ, ਗਲਤ ਰਾਹ ਨਹੀਂ ਦੱਸਣਾ। ਆਪਣੀਆਂ ਨਿਗਾਹਾਂ ਨੂੰ ਥੱਲੇ ਕਰਕੇ ਟੁਰਨਾ ਹੈ, ਮਰਦ ਹੈ ਜਾਂ ਔਰਤ ਹੈ। ਕਿਉਂਕਿ ਕੁਰਾਨ ਮਜੀਦ 'ਚ ਕਿ ਨਿਗਾਹਾਂ ਝੁਕਾਓ ਤੇ ਸ਼ਰਮਗਾਹ ਬਚਾਓ। ਕਿਉਂਕਿ ਇਹ ਨਜ਼ਰਾਂ ਹੀ ਨੇ ਜਿਹੜੀਆਂ ਪਹਿਲਾਂ ਉੱਠਦੀਆਂ ਨੇ ਤੇ ਫਿਰ ਬੇਹਯਾਈ ਫੈਲ ਜਾਂਦੀ ਹੈ। ਲਿਹਾਜ਼ਾ ਬਾਹਰ ਜਦੋਂ ਵੀ ਨਿਕਲਣਾ ਹੈ ਆਪਣਾ ਪ੍ਰੋਪਰ ਲਿਬਾਸ ਪਾ ਕੇ ਨਿਕਲਣਾ ਹੈ, ਢਾਂਪ ਕੇ ਖੁਦ ਨੂੰ ਨਿਕਲਣਾ ਹੈ, ਅੱਖਾਂ ਨੀਵੀਆਂ ਕਰਕੇ ਚੱਲਣਾ ਹੈ। ਔਰ ਰਾਸਤੇ 'ਚ ਅਗਰ ਤੁਹਾਨੂੰ ਕੋਈ ਪੱਥਰ ਕੰਕਰ, ਕੋਈ ਤਕਲੀਫ ਦੇ ਕੰਡਾ ਟਹਿਨੀ ਨਜ਼ਰ ਆਉਂਦੀ ਹੈ, ਤੁਹਾਨੂੰ ਚੁੱਕ ਲਓ, ਠੀਕ ਹੈ ਨਾ। ਉਹਦੀ ਬੜੀ ਫਜ਼ੀਲਤ ਹੈ। ਅੱਲਾਹ ਕਰੀਮ ਤੁਹਾਨੂੰ ਜੰਨਤ 'ਚ ਇਨਸ਼ਾਅੱਲਾ ਆਪਣੀਆਂ ਖਾਸ ਰਹਿਮਤਾਂ ਨਾਲ ਦਾਖਲ ਕਰਨਗੇ। ਔਰ ਕੋਸ਼ਿਸ਼ ਕਰਨੀ ਹੈ ਕਿ ਸੰਜੀਦਗੀ ਨਾਲ, ਇਹਨੇ ਰਾਹ 'ਚ ਕਹਿ ਕੇ ਮਾਰਦੇ, ਗੱਪਾਂ ਮਾਰਦੇ ਉੱਚੀਆਂ ਉੱਚੀਆਂ ਨਹੀਂ, ਬੜੀ ਸੰਜੀਦਗੀ ਨਾਲ ਚੱਲੋ। ਔਰ ਅਕੜ ਕੇ ਵੀ ਨਹੀਂ ਚੱਲਣਾ ਕਿ ਮੈਂ ਬੜੀ ਸੋਹਣੀ ਲੱਗਣੀ ਆ, ਬੜਾ ਬ੍ਰਾਂਡਡ ਮੈਂ ਜੋੜਾ ਪਾਇਆ, ਨਹੀਂ, ਇਸ ਤਰ੍ਹਾਂ ਨਹੀਂ ਕਰਨਾ। ਰਾਸਤੇ 'ਚ ਥੁੱਕਣਾ ਨਹੀਂ ਹੈ ਵੀ ਬਿਲਕੁਲ। ਔਰ ਅਗਰ ਤੁਸੀਂ ਆਪਣੀ ਗੱਡੀ ਤੇ ਮੋਟਰਸਾਈਕਲ ਤੇ ਬਹਿ ਰਹੇ ਹੋ ਤੇ ਫਿਰ ਵੀ ਬਿਸਮਿਲ੍ਲਾ ਪੜ੍ਹ ਕੇ, ਦੁਆ ਪੜ੍ਹ ਕੇ ਸਵਾਰ ਰਹੋ, ਠੀਕ ਹੈ। ਔਰ ਜਦੋਂ ਗੱਡੀ ਉਚਾਈ ਤੇ ਜਾਏ, ਉੱਚੀ ਜਗ੍ਹਾ ਜਾਏ ਤੇ ਫਿਰ ਅੱਲਾਹੁ ਅਕਬਰ ਪੜ੍ਹੋ, ਨੀਵੀਂ ਜਗ੍ਹਾ ਜਾਏ ਤੇ ਸੁਭਾਨ ਅੱਲਾਹ ਪੜ੍ਹੋ। ਔਰ ਕੋਸ਼ਿਸ਼ ਕਰੋ ਕਿ ਜ਼ਿਕਰ ਕਰਦੇ ਰਹੋ, ਠੀਕ ਹੈ ਨਾ। ਔਰ ਅਗਰ ਸਕੂਲ ਵਗੈਰਾ 'ਚ ਜਾਂਦੇ ਹੋ, ਤੁਸੀਂ ਜੌਬ ਕਰਦੇ ਹੋ ਜਾਂ ਬੱਚੇ ਨੇ, ਤਾਂ ਉਹਨਾਂ ਨੂੰ ਤੁਸੀਂ ਸਿਖਾਓ ਕਿ ਸਕੂਲ 'ਚ ਵੀ ਸਕੂਲ ਦੀ ਜਿਹੜੀ ਪ੍ਰੋਪਰਟੀ ਹੈ ਉਹਦਾ ਖਿਆਲ ਰੱਖਣ, ਕੰਧਾਂ 'ਤੇ ਨਾ ਲਿਖਣ, ਆਪਣੇ ਸਕੂਲ ਨੂੰ ਵੀ ਉਂਝ ਸਾਫ਼ ਰੱਖਣ ਜਿੰਝ ਘਰਾਂ 'ਚ ਸਾਫ਼ ਰੱਖਦੇ ਨੇ। ਔਰ ਆਪਣੇ ਟੀਚਰਾਂ ਦਾ, ਉਸਤਾਦਾਂ ਦਾ ਇਤਰਾਮ ਕਰਨ, ਉਹਨਾਂ ਦੇ ਹਕੂਕ ਅਦਾ ਕਰਨ, ਉਹਨਾਂ ਨੂੰ ਸਲਾਮ ਕਰਨ, ਜਿਹੜੇ ਉਹ ਕੰਮ ਦੇਣ ਹੋਮਵਰਕ ਉਹਨਾਂ ਨੂੰ ਕਰਨ। ਔਰ ਆਪਣੀਆਂ ਕਿਤਾਬਾਂ ਨੇ ਉਹਨਾਂ ਦਾ ਖਿਆਲ ਰੱਖਣ, ਉਹਨਾਂ ਨੂੰ ਸਾਫ਼ ਸੁਥਰਾ ਰੱਖਣ, ਸੱਜੇ ਹੱਥ ਨਾਲ ਹਮੇਸ਼ਾ ਲਿਖਣ, ਸੱਜੇ ਹੱਥ ਨਾਲ ਕਿਤਾਬ ਪੜ੍ਹਨ। ਔਰ ਕਿਤਾਬ 'ਚ ਰੰਗ ਬਿਰੰਗੀਆਂ ਚੀਜ਼ਾਂ ਨਾ ਰੱਖਣ, ਉੱਤੇ ਪੈਨ ਮਾਰਕਰ ਨਾਲ ਨਾ ਲਿਖਣ। ਆਪਣੇ ਬੱਚਿਆਂ ਨੂੰ ਇਹ ਸਾਰੀਆਂ ਚੀਜ਼ਾਂ ਅਸੀਂ ਸਿਖਾਉਣੀਆਂ ਨੇ, ਅਸੀਂ ਨਹੀਂ ਸਿਖਾਉਂਦੇ ਤਾਂ ਕੌਣ ਸਿਖਾਏਗਾ। ਔਰ ਅਗਰ ਕਿਸੇ ਕੋਲ ਉਧਾਰ ਕਿਤਾਬ ਲਈਏ ਪੜ੍ਹਨੇ ਵਾਸਤੇ, ਤੁਹਾਨੂੰ ਵਾਪਸ ਕਰਨੀ ਹੈ ਨਾ, ਇਹ ਨਹੀਂ ਉਹਦੇ 'ਤੇ ਕਬਜ਼ਾ ਕਰ ਲੈਣਾ। ਔਰ ਆਪਣੇ ਦੋਸਤਾਂ ਦਾ, ਆਪਣੀਆਂ ਸਹੇਲੀਆਂ ਦਾ ਤੁਸੀਂ ਖਿਆਲ ਰੱਖੋ। ਕੋਈ ਅੱਛੀ ਚੀਜ਼ ਪਕਾਓ, ਉਹ ਨਾਲ ਭੇਜੋ। ਉਹਨਾਂ ਦੀ ਕੋਈ ਗੀਬਤ ਕਰ ਰਿਹਾ ਉਹਨੂੰ ਮਨਾ ਕਰੋ,
ਠੀਕ ਹੈ ਨਾ, ਉਹ ਬੰਦੇ ਦੀ ਗੈਰ ਮੌਜੂਦਗੀ 'ਚ ਉਹਦੀ ਇੱਜ਼ਤ ਦੀ ਹਿਫਾਜ਼ਤ ਕਰੋ ਨਾ। ਔਰ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਸਾਨੂੰ ਨੇਕ ਸਵਾਲੇ ਸਾਥੀ ਮਿਲੇ ਨੇ। ਪੂਰੀ ਜ਼ਿੰਦਗੀ ਹਰ ਉਸ ਸ਼ਖਸ ਨੂੰ ਦੋਸਤ ਬਣਾਉਣਾ ਹੈ ਜਿਹਦੀ ਨੇਕੀ ਤੇ ਤੁਹਾਨੂੰ ਯਕੀਨ ਹੈ। ਇੱਕੋ ਹੀ ਮਿਆਰ ਰੱਖਣਾ, ਨੇਕੀ, ਉਹਦਾ ਮਾਲ, ਉਹਦੀਆਂ ਗੱਡੀਆਂ, ਉਹਦੇ ਘਰ-ਬਾਰ ਨਹੀਂ, ਨੇਕੀ। ਮੁੱਤਕੀ ਸ਼ਖਸ ਨੂੰ ਦੋਸਤ ਬਣਾਉਣਾ ਹੈ ਔਰ ਅੱਛੇ ਇਨਸਾਨ ਨੂੰ, ਬੁਰੀ ਸੋਬਤ ਤੋਂ ਹਮੇਸ਼ਾ ਬਚਣਾ ਹੈ। ਕੋਈ ਤੁਹਾਡੀ ਐਸੀ ਦੋਸਤ ਹੈ, ਸਹੇਲੀ ਹੈ ਜਿਹਨੂੰ ਡਰਾਮੇ TV ਤੱਕਣੇ ਦਾ ਬੜਾ ਸ਼ੌਕ ਹੈ, ਉਹਦੇ ਕਰੀਬ ਨਾ ਜਾਓ, ਕਿਉਂਕਿ ਤੁਹਾਨੂੰ ਵੀ ਆਦਤ ਪਵੇਗੀ, ਉਹ ਜ਼ਿਕਰ ਕਰੇਗੀ, ਤੁਹਾਡੇ ਨੂੰ ਸ਼ੈਤਾਨ ਕਹੇਗਾ ਕਰੋ। ਜਦੋਂ ਘਰ 'ਚ ਦਾਖਲ ਹੋਣਾ ਹੈ ਫਿਰ ਵੀ ਉੱਚੀ ਆਵਾਜ਼ ਨਾਲ ਸਲਾਮ ਕਰਨਾ ਹੈ। ਔਰ ਅਗਰ ਘਰ 'ਚ ਕੋਈ ਵੀ ਨਹੀਂ ਫਿਰ ਵੀ ਸਲਾਮ ਕਰਨਾ, ਕਿਉਂਕਿ ਫਰਿਸ਼ਤੇ ਜਵਾਬ ਦਿੰਦੇ ਨੇ ਨਾ। ਜਿਹੜਾ ਬੰਦਾ ਘਰ 'ਚ ਵੜਦਿਆਂ ਸਲਾਮ ਕਰਦਾ ਹੈ ਔਰ ਸੂਰਤ ਫਾਤਿਹਾ, ਦਰੂਦ ਸ਼ਰੀਫ ਔਰ ਸੂਰਤ ਇਖਲਾਸ, ਕੁਲ ਵੱਲਾ ਖਤ ਪੜ੍ਹਦਾ ਹੈ, ਉਹਨੂੰ ਤੇ ਅੱਲਾਹ ਪਾਕ ਇੰਨਾ ਮਾਲ ਦਿੰਦੇ ਨੇ ਕਿ ਦਰਵਾਜ਼ੇ ਤੋੜ ਕੇ ਰਿਜ਼ਕ ਉਹਦੇ ਘਰ ਆਉਂਦਾ ਹੈ, ਜਗ੍ਹਾ ਨਹੀਂ ਹੁੰਦੀ ਰੱਖਣੇ ਦੀ। ਤੇ ਇਹ ਨਿੱਕਾ ਜਿਹਾ ਅਮਲ ਹੈ, ਤੁਸੀਂ ਇਹਨੂੰ ਜ਼ਰੂਰ ਕਰਨਾ ਹੈ। ਔਰ ਜਦੋਂ ਖਾਣਾ ਵੀ ਖਾਣ ਲੱਗਣਾ ਹੈ ਤੇ ਫਿਰ ਵੀ ਅੱਲਾਹ ਦਾ ਹੁਕਮ ਸਮਝ ਕੇ ਖਾਣਾ ਹੈ। ਇਹ ਨਹੀਂ ਕਿ ਸਾਨੂੰ ਭੁੱਖ ਲੱਗੀ ਹੈ ਤੇ ਅਸੀਂ ਖਾਣਾ ਹੈ, ਨਹੀਂ, ਕਿ ਅੱਲਾਹ ਨੇ ਹੁਕਮ ਦਿੱਤਾ ਹੈ ਕਿ ਮੈਂ ਤੁਹਾਨੂੰ ਇਹ ਜਿਸਮ ਦਿੱਤਾ, ਤੁਸੀਂ ਇਹਨੂੰ ਬਚਾਉਣਾ ਹੈ। ਅਗਰ ਅਸੀਂ ਨਾ ਖਾਂਦੇ ਤੇ ਬਿਮਾਰ ਹੋ ਜਾਂਦੇ, ਮਾੜੇ ਹੋ ਜਾਵਾਂਗੇ, ਕਮਜ਼ੋਰ ਹੋ ਜਾਂਦੇ। ਤੇ ਇਸ ਗੱਲੇ ਖਾਣਾ ਹੈ ਕਿ ਅੱਲਾਹ ਦਾ ਹੁਕਮ ਹੈ। ਔਰ ਫੈਮਿਲੀ ਨਾਲ ਮਿਲ ਕੇ ਖਾਣਾ ਖਾਇਆ ਕਰੋ ਪਲੀਜ਼। ਕੋਸ਼ਿਸ਼ ਕਰੋ ਕਿ ਦਸਤਰਖਾਨ ਥੱਲੇ ਵਿਛਾ ਕੇ ਮਿਲ ਕੇ ਖਾਣਾ ਖਾਓ, ਇਹ ਸੁਨਨਤ ਹੈ, ਖਾਣੇ 'ਚ ਬਰਕਤ ਹੁੰਦੀ ਹੈ। ਔਰ ਖਾਣੇ ਤੋਂ ਪਹਿਲਾਂ ਸਭ ਨੂੰ ਕਵਿਆ ਕਰੋ ਕਿ ਹੱਥ ਧੋਣ। ਖਾਣੇ ਤੋਂ ਪਹਿਲਾਂ ਹੱਥ ਲਾਜ਼ਮੀ ਧੋਣੇ ਨੇ ਔਰ ਖਾਣੇ ਤੋਂ ਬਾਅਦ ਵੀ ਧੋਣੇ ਨੇ। ਇਹ ਖਾਣੇ ਦਾ ਵਜ਼ੂ ਹੈ, ਖਾਣੇ 'ਚ ਬਰਕਤ ਹੁੰਦੀ ਹੈ ਔਰ ਬੰਦਾ ਬਿਮਾਰ ਨਹੀਂ ਹੁੰਦਾ। ਔਰ ਬਹਿ ਕੇ, ਥੱਲੇ ਬਹਿ ਕੇ ਖਾਣੇ ਦਾ ਪਲੀਜ਼ ਇਤਮਾਮ ਕਰੋ। ਔਰ ਇਹ ਨਹੀਂ ਕਿ ਆਈਏ ਬਾਕੀ ਸਾਰੇ ਆ ਰਹੇ ਤੇ ਤੁਸੀਂ ਖਾਣਾ ਫਟਾਫਟ, ਤੁਹਾਨੂੰ ਭੁੱਖ ਲੱਗੀ ਤੁਸੀਂ ਸ਼ੁਰੂ ਕਰ ਤੇ ਨਹੀਂ, ਇੰਤਜ਼ਾਰ ਕਰੋ। ਫਿਰ ਜਿਹੜਾ ਸਭ ਤੋਂ ਵੱਡਾ ਹੈ ਨਾ ਘਰ 'ਚ, ਬਜ਼ੁਰਗ, ਅੰਮੀ, ਅੱਬੂ, ਅੰਕਲ, ਉਹਨਾਂ ਨੂੰ ਕਹੋ ਕਿ ਤੁਸੀਂ ਲਓ ਪਹਿਲਾਂ ਨਾ, ਬਿਸਮਿल्लाह रहमान रहीम ਪੜ੍ਹ ਕੇ ਸੱਜੇ ਹੱਥ ਨਾਲ। ਔਰ ਆਪਣੀ ਪਲੇਟ 'ਚ ਉਨਾ ਹੀ ਪਾਉਣਾ ਹੈ ਜਿੰਨਾ ਖਾਣਾ ਹੈ। ਖਾਣਾ ਜ਼ਾਇਆ ਨਹੀਂ ਕਰਨਾ, ਕੂੜੇ 'ਚ ਨਹੀਂ ਸੱਟਣਾ ਨਾ। ਅੱਜ ਕੱਲ੍ਹ ਇਹ ਬੜਾ ਫੈਸ਼ਨ ਚੱਲ ਗਿਆ, ਚਾਹੇ ਵਿਆਹ ਸ਼ਾਦੀ ਹੋਵੇ, ਚਾਹੇ ਮਰਨਾ ਹੋਵੇ, ਚਾਹੇ ਘਰ ਖਾਓ, ਜਿੰਨਾ ਖਾਣਾ ਹੈ ਓਨਾ ਹੀ ਪਾਉਣਾ ਹੈ ਔਰ ਪਲੇਟ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ, ਠੀਕ ਹੈ। ਔਰ ਸਿੱਧੀਆਂ ਬਹਿ ਕੇ ਖਾਣਾ ਹੈ, ਖਾ ਕੇ ਹੱਥ ਦੀਆਂ ਉਂਗਲੀਆਂ ਚੱਟਣੀਆਂ ਨੇ, ਇਹ ਸਾਰੀਆਂ ਸੁਨਤਾਂ ਨੇ, ਇਹਨਾਂ ਨੂੰ ਪੂਰਾ ਕਰਨਾ ਹੈ। ਬਾਅਦ 'ਚ ਫਿਰ ਹੱਥ ਧੋਣੇ ਨੇ ਅੱਛੀ ਤਰ੍ਹਾਂ, ਖਾਣੇ ਦੀ ਦੁਆ ਪੜ੍ਹਨੀ ਹੈ। ਔਰ ਅਗਰ ਖਾਣੇ ਤੋਂ ਬਾਅਦ ਤੁਸੀਂ ਦੁਆ ਪੜ੍ਹ ਕੇ 3 ਦਫਾ ਸੂਰਤ ਕੁਰੇਸ਼ ਪੜ੍ਹ ਲਓ ਤੇ ਨਾ, ਤੇ ਤੁਹਾਨੂੰ ਪਤਾ ਹੈ ਤੁਹਾਡੇ ਖਾਣੇ 'ਚ ਇੰਨੀ ਬਰਕਤ ਆ ਜਾਏਗੀ, ਤੁਸੀਂ ਬਿਮਾਰੀਆਂ ਤੋਂ ਬਚ ਜਾਓਗੇ, ਤੁਹਾਡੀਆਂ 7 ਨਸਲਾਂ ਨੂੰ ਰਿਜ਼ਕ ਮਿਲੇਗਾ, ਤੁਹਾਨੂੰ ਵੀ ਹਮੇਸ਼ਾ ਇੰਝ ਦਾ ਦਸਤਰਖਾਨ ਮਿਲੇਗਾ। ਤੇ ਸੂਰਤ ਕੁਰੇਸ਼ ਛੋਟੀ ਜਿਹੀ ਸੂਰਤ ਹੈ, ਇਹਨੂੰ ਤੁਸੀਂ ਯਾਦ ਕਰ ਲਓ, ਹਰ ਖਾਣੇ ਤੋਂ ਬਾਅਦ ਪੜ੍ਹ ਲਿਆ ਕਰੋ। ਔਰ ਖਾਣਾ ਜਲਦੀ ਯਾਨੀ ਘੱਟ ਖਾਓ, ਇਹ ਪੇਟ 'ਚ ਜਗ੍ਹਾ ਆਵੇ ਤੇ ਖਾਣੇ ਤੋਂ ਹੱਥ ਖਿੱਚ ਲਿਆ ਕਰੋ। ਯਾਨੀ ਇਹ ਨਹੀਂ ਕਿ ਇੰਨਾ ਖਾ ਲਿਆ ਫਿਰ ਡਕਾਰ ਆ ਰਹੇ ਨੇ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਜ਼ਿੰਦਗੀ 'ਚ ਕਦੇ ਡਕਾਰ ਨਹੀਂ ਮਾਰਿਆ, ਜਮਾਈ ਨਹੀਂ ਲਈ, ਵਾਸੀਆਂ ਮਾਰਨੀਆਂ, ਕਿਉਂਕਿ ਜ਼ਿਆਦਾ ਖਾ ਲੈਂਦੇ ਆ ਨਾ ਫਿਰ ਨੀਂਦਰ ਸਤਾਉਂਦੀ ਹੈ, ਕੰਮ ਕਰਨੇ ਤੇ ਦਿਲ ਨਹੀਂ ਕਰਦਾ। ਔਰ ਹਦੀਸੇ ਮੁਬਾਰਕ ਹੈ ਕਿ ਮੋਮਨ ਜਿਹੜਾ ਸੁਸਤ ਨਹੀਂ ਹੁੰਦਾ, ਮੋਮਨ ਜਿਹੜਾ ਹੈ ਉਹ ਤੇ ਤਰੋਤਾਜ਼ਾ ਹੁੰਦਾ ਹਰ ਵਕਤ, ਸਿਹਤਮੰਦ। ਤੇ ਜ਼ਿਆਦਾ ਖਾ ਲਈਏ ਤਾਂ ਖਾਣਾ ਸਾਨੂੰ ਢਾਹ ਦਿੰਦਾ ਹੈ, ਲਿਹਾਜ਼ਾ ਭੁੱਖਿਆ ਆਈਏ ਭੁੱਖ ਹੋਣੀ ਹੈ ਤੇ ਖਾਣੇ ਤੋਂ ਹੱਥ ਖਿੱਚ ਲੈਣੇ ਨੇ, ਠੀਕ ਹੈ ਨਾ। ਔਰ ਖਾਣੇ ਦੇ ਆਖਰ ਤੇ ਬਿਲਕੁਲ ਪਾਣੀ ਨਾ ਪੀਓ, ਖਾਣਾ ਖਾ ਕੇ ਕਮ ਸੇ ਕਮ 1-2 ਘੰਟਾ ਪਾਣੀ ਨਹੀਂ ਪੀਣਾ ਨਾ, ਤਾਂ ਕਿ ਖਾਣਾ ਸੈੱਟ ਹੋ ਜਾਏ। ਖਾਣਾ ਸ਼ੁਰੂ ਕਰਨੇ ਤੋਂ ਪਹਿਲਾਂ ਅਗਰ ਤੁਸੀਂ ਪਾਣੀ ਦਾ ਗਲਾਸ ਪੀ ਲੋਗੇ ਨਾ ਤੇ ਫਿਰ ਤੁਹਾਡੇ ਖਾਣਾ ਘੱਟ ਖਾਧਾ ਜਾਏਗਾ ਇਨਸ਼ਾਅੱਲਾ, ਔਰ ਖਾਣਾ ਹਜ਼ਮ ਵੀ ਅੱਛਾ ਆਵੇਗਾ। ਔਰ ਪਾਣੀ ਵੀ ਜਦੋਂ ਪੀਣਾ ਹੈ ਤੇ ਬਿਲਕੁਲ ਸੁਨਤਾਂ ਪੂਰੀਆਂ ਕਰਨੀਆਂ ਨੇ, ਸੱਜੇ ਹੱਥ ਨਾਲ ਬਹਿ ਕੇ ਪੀਣਾ ਹੈ, ਪਾਣੀ 'ਚ ਤੱਕਣਾ ਹੈ ਕਿ ਕੋਈ ਕੀੜਾ ਪਤੰਗਾ, ਕੋਈ ਕੱਖ ਮਿੱਟੀ ਤੇ ਨਹੀਂ ਹੈ ਵੀ, ਇਹ ਸੁਨਨਤ ਪਾਣੀ 'ਚ ਤੱਕਣਾ। 3 ਸਾਹ ਲੈਣੇ ਨੇ ਪਾਣੀ ਪੀਂਦਿਆਂ, ਘੱਟਾ ਘੱਟ ਨਹੀਂ, ਇਹ ਤੇ ਮੱਝਾਂ ਗਾਵਾਂ ਪੀਂਦੀਆਂ ਨਾ ਘੱਟਾ ਘੱਟ ਪਾਣੀ, ਅਸੀਂ ਤੇ ਇਨਸਾਨ ਆ, ਅਸੀਂ ਕੋਈ ਜਾਨਵਰ ਥੋੜੀ ਆ। ਔਰ ਜਾਨਵਰ ਖਲੋ ਕੇ ਪਾਣੀ ਪੀਂਦੇ ਨੇ, ਅਸੀਂ ਤੇ ਇਨਸਾਨ ਆ, ਅਸੀਂ ਬਹਿ ਕੇ ਪਾਣੀ ਪੀਂਦੇ ਆ। ਔਰ ਆਹਿਸਤਾ ਆਹਿਸਤਾ ਧੀਮੇ ਧੀਮੇ ਪਾਣੀ ਪੀਣਾ ਹੈ ਔਰ ਘੱਟਾ ਘੱਟ ਨਹੀਂ ਪੀਣਾ। ਔਰ ਕੋਸ਼ਿਸ਼ ਕਰਨੀ ਹੈ ਕਿ ਪਾਣੀ ਪੀਣੇ ਤੋਂ ਬਾਅਦ ਦੀ ਵੀ ਦੁਆ ਪੜ੍ਹਨੀ ਹੈ। ਔਰ ਜਿਹੜਾ ਪਾਣੀ ਪਿਲਾਉਂਦਾ ਹੈ ਤੁਹਾਨੂੰ, ਉਹਨੂੰ ਵੀ ਦੁਆ ਦੇਣੀ ਹੈ। ਕਿਸੇ ਦੇ ਘਰ ਵੀ ਜਾਂਦੇ ਹੋ ਫਿਰ ਵੀ ਤੁਹਾਨੂੰ ਸਾਰੇ ਅਦਬ ਪੂਰੇ ਕਰਨੇ ਨੇ। ਹੁਣ ਅੱਜ ਕੱਲ੍ਹ ਪੈਂਡੈਮਿਕ ਖਤਮ ਹੋਇਆ, ਆਉਣਾ ਜਾਣਾ ਥੋੜ੍ਹਾ ਬਹੁਤ ਸ਼ੁਰੂ ਹੋਇਆ ਅੱਲਾ ਦੀ ਰਹਿਮਤ ਨਾਲ, ਤੇ ਕਿਸੇ ਨੂੰ ਘਰ ਜਾਣੇ ਤੋਂ ਪਹਿਲਾਂ ਉਹਨਾਂ ਕੋਲ ਪੁੱਛ ਲਓ, ਕੀ ਪਤਾ ਅਗਲਾ ਬਿਜ਼ੀ ਹੋਵੇ ਤਾਂ ਤੁਸੀਂ ਉੱਥੇ ਜਾ ਹਾਜ਼ਰੀ ਦਿਓ। ਇਸ ਲਈ ਬਿਹਤਰ ਹੈ ਕਿ ਉਹਨਾਂ ਕੋਲ ਪੁੱਛ ਲਓ ਕਿ ਤੁਹਾਡੇ ਕੋਲ ਟਾਈਮ ਹੈ, ਮੈਂ ਥੋੜ੍ਹੀ ਦੇਰ ਬਾਅਦ ਆ ਜਾ, ਫਿਰ ਥੋੜ੍ਹੀ ਦੇਰ ਬਾਅਦ ਜਾਣਾ ਤੇ ਥੋੜ੍ਹੀ ਦੇਰ ਹੀ ਬਹਿਣਾ, ਇਹ ਨਹੀਂ ਕਿ ਉੱਥੇ ਬੈਠੇ ਹੀ ਰਹਿ ਜਾਓ, ਠੀਕ ਹੈ ਨਾ। ਔਰ ਇਜਾਜ਼ਤ ਲੈ ਕੇ ਜਾਣਾ ਹੈ, ਔਰ ਸਲਾਮ ਕਰਨਾ ਜਾਂਦਿਆਂ ਸਾਥ। ਔਰ ਜਾ ਕੇ ਕਿਸੇ ਐਸੀ ਜਗ੍ਹਾ ਤੇ ਨਹੀਂ ਬਹਿਣਾ ਕਿ ਜਿਹੜਾ ਜਿੱਥੇ ਬਵੋ ਤੇ ਉੱਥੋਂ ਉਹਨਾਂ ਦਾ ਕਿਚਨ ਸਭ ਕੁਝ ਨਜ਼ਰ ਆ ਰਿਹਾ, ਉਹਨਾਂ ਦੇ ਕਮਰੇ ਨਜ਼ਰ ਆ ਰਹੇ ਨੇ, ਕਿਸੇ ਸਾਈਡ ਤੇ ਬਹਿਣਾ, ਇਹ ਸੁਨਨਤ ਹੈ। ਔਰ ਕੋਸ਼ਿਸ਼ ਇਹ ਕਰਨੀ ਹੈ ਕਿ ਅਗਰ ਜ਼ਿਆਦਾ ਲੋਕ ਬੈਠੇ ਨੇ ਤੇ ਸਭ ਨੂੰ ਮਿਲੋ,
ਇਹ ਨਹੀਂ ਕਿ ਆਪਣੇ ਫੇਵਰਟ ਨੂੰ ਮਿਲ ਰਿਹਾ ਤੇ ਬਾਕੀਆਂ ਨੂੰ ਛੱਡ ਦਿੱਤਾ। ਸਭ ਨੂੰ ਮਿਲਣਾ ਹੈ, ਸਭ ਨੂੰ ਸਲਾਮ ਦੁਆ ਕਰਨੀ ਹੈ। ਔਰ ਅਗਰ ਜਗ੍ਹਾ ਨਹੀਂ ਹੈ ਵੀ ਤੇ ਇੰਤਜ਼ਾਰ ਕਰਨਾ ਹੈ ਕਿ ਮੇਜ਼ਬਾਨ ਤੁਹਾਨੂੰ ਜਗ੍ਹਾ ਦੇ, ਵਰਨਾ ਦੋ ਬੰਦਿਆਂ ਦੇ ਦਰਮਿਆਨ ਅਗਰ ਜਗ੍ਹਾ ਖਾਲੀ ਤਾਂ ਉਹਨਾਂ ਕੋਲ ਪੁੱਛ ਕੇ ਬਹਿਣਾ ਕਿ ਮੈਂ ਤੁਹਾਡੇ ਵਿੱਚ ਬਹਿ ਜਾ। ਔਰ ਕੰਨ ਲਾ ਲਾ ਕੇ ਫਿਰ ਉਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ। ਔਰ ਜਿਹੜੀਆਂ ਗੱਲਾਂ ਸੁਣੋ ਫਿਰ ਦੂਜੀ ਜਗ੍ਹਾ ਜਾ ਕੇ ਦੱਸਣੀਆਂ ਨਹੀਂ, ਉਹ ਫਿਰ ਗੀਬਤ ਹੋ ਜਾਏਗੀ ਨਾ। ਜਿੱਥੇ ਗੱਲ ਸੁਣਨੀ ਹੈ ਉੱਥੇ ਹੀ ਉਹਨੂੰ ਦਫਨ ਕਰ ਦੇਣਾ। ਠੀਕ ਹੈ, ਗੱਲ ਸੁਣੀ ਉਹਨੂੰ ਦਫਨ, ਅੱਗੇ ਨਹੀਂ ਨਿਕਲਣੀ ਚਾਹੀਦੀ, ਉਹਦੀ ਵਾੜ ਨਹੀਂ ਨਿਕਲਣੀ ਚਾਹੀਦੀ, ਵਰਨਾ ਕੀ ਹੁੰਦਾ ਹੈ, ਲੜਾਈਆਂ ਹੁੰਦੀਆਂ ਨੇ। ਅੱਲਾਹ ਪਾਕ ਨੇ ਸਾਨੂੰ ਜ਼ੁਬਾਨ ਏਡੀ ਵੱਡੀ ਨਿਅਮਤ ਦਿੱਤੀ ਹੈ, ਇਸ ਗੱਲੇ ਥੋੜ੍ਹੀ ਦਿੱਤੀ ਹੈ ਕਿ ਅਸੀਂ ਕੀਰਤਾਂ ਕਰੀਏ, ਲੋਕਾਂ ਦੀਆਂ ਕਮੀਆਂ ਕੁਤਾਈਆਂ ਬਿਆਨ ਕਰੀਏ। ਜ਼ਬਾਨ ਤੇ ਅੱਲਾਹ ਨੇ ਇਸ ਗੱਲੇ ਦਿੱਤੀ ਹੈ ਕਿ ਅਸੀਂ ਨਰਮੀ ਨਾਲ ਗੱਲ ਕਰੀਏ। ਇੱਕ ਨਿਅਮਤ ਹੈ ਨਾ, ਇਹਦੇ 'ਚ ਬੁਰੀਆਂ ਗੱਲਾਂ ਤੇ ਨਹੀਂ ਕਰਨੀਆਂ, ਸੋਚ ਸਮਝ ਕੇ ਤੋਲ ਕੇ ਬੋਲਣਾ ਹੈ। ਠੀਕ ਹੈ, ਔਰ ਅਗਰ ਕਿਸੇ ਨੂੰ ਬੁਲਾਉਣਾ ਵੀ ਹੈ ਨਾ ਤੇ ਅੱਛਿਆਂ ਨਾਵਾਂ ਨਾਲ ਬੁਲਾਉਣਾ ਹੈ। ਅੱਜ ਕੱਲ੍ਹ ਇਹ ਬੜਾ ਰਿਵਾਜ ਆ ਗਿਆ ਲੋਕਾਂ ਦੇ ਰੰਗ ਬਿਰੰਗੇ ਨਾਂ ਪਾਓ, ਨਹੀਂ, ਲੋਕਾਂ ਨੂੰ ਅੱਛੇ ਨਾਂ ਨਾਲ, ਜਿਹਦੇ ਨਾਲ ਉਹਦਾ ਦਿਲ ਖੁਸ਼ ਹੋ ਜਾਏ। ਲੋਕਾਂ ਦੇ ਨਾਂ ਨਹੀਂ ਬਦਲਨੇ, ਕਿਸੇ ਬੁਰੀ ਸਿਫਤ ਨਾਲ ਨਹੀਂ ਕਿ ਉਹ ਕਾਲੇ ਗੋਰੇ ਛੋਟੇ ਮੋਟੇ ਇਸ ਤਰ੍ਹਾਂ ਕਰਕੇ ਨਹੀਂ ਬੁਲਾਉਣਾ। ਬਹੁਤ ਸਖਤ ਗੁਨਾਹ ਹੈ, ਬਹੁਤ ਸਖਤ ਗੁਨਾਹ ਹੈ। ਔਰ ਅਗਰ ਸਾਡੇ ਤੋਂ ਵੱਡੇ ਸਾਨੂੰ ਬੁਲਾਉਣ ਤੇ ਸਾਨੂੰ ਫੌਰਨ ਉਹਨਾਂ ਦੀ ਗੱਲ ਸੁਣਨੀ। ਘਰ 'ਚ ਅੰਮੀਆਂ ਦਾਦੀਆਂ ਨਾਨੀਆਂ ਨੇ, ਉਹ ਵਿਚਾਰੀਆਂ ਆਵਾਜ਼ਾਂ ਦੇ ਦੇ ਕੇ ਥੱਕ ਜਾਂਦੀਆਂ ਨੇ, ਉਹ ਸਾਰੇ ਕੰਨਾਂ 'ਚ ਗੱਲ ਮਾਰਦੇ ਨੇ। ਨਹੀਂ, ਫੌਰੀ ਤੌਰ ਤੇ ਉਹਨਾਂ ਦੀ ਗੱਲ ਸੁਣਨੀ ਹੈ, ਉਹਨਾਂ ਨੂੰ ਜਵਾਬ ਦੇਣਾ ਹੈ, ਉਹਨਾਂ ਨੂੰ ਇੱਜ਼ਤ ਦੇਣੀ ਹੈ, ਉਹਨਾਂ ਦੇ ਖਾਣੇ ਪੀਣੇ ਦਾ ਖਿਆਲ ਰੱਖਣਾ ਹੈ। ਇਹ ਜਿਹੜੇ ਬਜ਼ੁਰਗ ਨੇ ਨਾ ਸਾਡਿਆਂ ਘਰਾਂ 'ਚ, ਇਹ ਕਬੂਲੀਅਤ ਤੇ ਦੁਆ ਨੇ। ਸਾਨੂੰ ਕਦੇ ਇਹ ਪਤਾ ਚੱਲ ਜੇ ਕਿ ਦੁਆਵਾਂ ਦੀਆਂ ਫੈਕਟਰੀਆਂ ਸਾਡੀਆਂ ਨਸਲਾਂ ਵਾਸਤੇ ਸੁੱਖ ਚੈਨ ਔਰ ਮਾਲੋ ਦੌਲਤ ਕਮਾ ਰਹੇ ਨੇ ਐਕਚੁਅਲੀ, ਲੇਕਿਨ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ। ਅਸੀਂ ਤੇ ਉਹਨਾਂ ਨੂੰ ਸਮਝਣਾ ਕਿ ਫਾਲਤੂ ਫੰਡ ਆਏ ਨੇ, ਹਾਲਾਂਕਿ ਉਹ ਇਸ ਘਰਾਂ ਦੇ ਮਾਲਕ ਹੈ। ਉਹ ਵੀ ਤੁਹਾਡੇ ਯਾਰ ਜਵਾਨ ਸਿਹਤਮੰਦ ਹੈ, ਅੱਜ ਅੱਲਾ ਨੇ ਉਹਨਾਂ ਨੂੰ ਬਹਾ ਦਿੱਤਾ ਹੈ, ਉਹ ਸਾਨੂੰ ਵੀ ਬਹਾ ਦੇਗਾ। ਇਸ ਤਰ੍ਹਾਂ ਹੀ ਹੁੰਦਾ, ਉਹਨਾਂ ਦੇ ਵੱਡੇ ਪਹਿਲਾਂ ਬੈਠੇ, ਫਿਰ ਉਹ ਬੈਠੇ, ਫਿਰ ਹੁਣ ਅਸੀਂ ਬਵਾਂਗੇ। ਯਾਰ ਇੱਕ ਅਗਲੀ ਨਸਲ ਦੀ ਡਿਊਟੀ ਦੌੜਨੇ ਤੇ ਲੱਗਦੀ ਹੈ, ਪਹਿਲੀ ਬਹਿ ਜਾਂਦੀ ਹੈ। ਹੁਣ ਪਹਿਲਿਆਂ ਦੀ ਅਗਰ ਅਸੀਂ ਕਦਰ ਨਹੀਂ ਕਰੇ ਤੇ ਸਾਡਿਆਂ ਬੱਚਿਆਂ ਦੀ ਸਾਡੀ ਕੋਈ ਕਦਰ ਨਹੀਂ ਜੇ ਕਰਨੀ। ਇਸ ਲਈ ਕੋਸ਼ਿਸ਼ ਕਰੋ ਕਿ ਵੱਡਿਆਂ ਦੀ ਇੱਜ਼ਤ ਔਰ ਉਹਨਾਂ ਦੀ ਕਦਰ, ਔਰ ਮਾਵਾਂ ਦੀ ਕਦਰਦਾਨੀ, ਬਾਪ ਦੀ ਕਦਰਦਾਨੀ, ਅੱਛਾ ਪਕਾ ਕੇ ਉਹਨਾਂ ਨੂੰ ਦੇਣਾ। ਉਹਨਾਂ ਨੇ ਆਪਣੇ ਵਕਤਾਂ 'ਚ ਅੱਛਾ ਖਾਧੇ ਹੈ, ਉਹ ਕਿਚਨ ਦੇ ਮਾਲਕ ਔਰ ਵਾਰਸ ਹੈ। ਅੱਜ ਤੁਸੀਂ ਮਾਲਕ ਔਰ ਵਾਰਸ ਕਿਚਨ ਦੇ ਬਣ ਗਏ ਹੋ ਤੇ ਉਹਨਾਂ ਨੂੰ ਘਟੀਆ ਚੀਜ਼ਾਂ ਦਿੰਦੇ ਹੋ, ਉਹਨਾਂ ਨੂੰ ਪਤਲੀ ਚਾਹ ਦਿੰਦੇ ਹੋ। ਇੰਝ ਤੇ ਨਾ ਕਰੋ ਨਾ, ਇਹ ਜ਼ਿਆਦਤੀ ਹੈ। ਉਹਨਾਂ ਨੂੰ ਤਾਜ਼ਾ, ਉਹਨਾਂ ਦੀ ਪਸੰਦ ਦਾ ਖਾਣਾ ਦੇਵੋ ਤੇ ਇਨਸ਼ਾਅੱਲਾ ਤੁਹਾਡੀਆਂ ਨਸਲਾਂ ਭੁੱਖੀਆਂ ਨਹੀਂ ਮਰਨ ਲੀਆਂ ਉਹਦੀ ਰਹਿਮਤ ਨਾਲ। ਔਰ ਅਗਰ ਤੁਹਾਨੂੰ ਨਿੱਛ ਆਉਂਦੀ ਹੈ ਤਾਂ ਉਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਸੁਨਨਤ ਕੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਜਦੋਂ ਵੀ ਛਿੰਕ ਆਉਂਦੀ ਹੈ ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਅਲਹਮਦੁਲਿਲਾ ਕਹਿੰਦੇ ਤੇ ਆਪਣੇ ਮੂੰਹ ਦੇ ਅੱਗੇ ਚਾਦਰ ਆਪਣੇ ਬਾਜ਼ੂ ਰੱਖ ਲੈਂਦੇ, ਤਾਂ ਕਿ ਜਦੋਂ ਅਸੀਂ ਨਿੱਛ ਮਾਰਨੇ ਆ ਨਾ ਤੇ ਉਹਦੇ 'ਚ ਜਰਾਸੀਮ ਨਿਕਲਦੇ ਨੇ। ਔਰ ਸੁਨਨਤ ਕਿ ਆਪਣੇ ਅੱਗੇ ਬਾਂਹ ਰੱਖੋ, ਹੱਥ ਨਹੀਂ ਰੱਖਣਾ ਮੂੰਹ ਦੇ ਅੱਗੇ, ਕਿਉਂਕਿ ਹੱਥ ਰੱਖੇ ਨਿੱਛ ਮਾਰਾਂਗੇ ਤੇ ਹੱਥ ਤੇ ਸਾਰੇ ਜਰਾਸੀਮ ਲੱਗ ਜਾਣਦੇ। ਔਰ ਫਿਰ ਉਹ ਹੱਥ ਅਸੀਂ ਜਿਸ ਚੀਜ਼ ਨੂੰ ਲਾਉਂਦੇ, ਬੱਚੇ ਨੂੰ ਲਾਉਂਦੇ, ਵੱਡੇ ਨੂੰ, ਕੰਧ ਨੂੰ, ਰੋਟੀ ਨੂੰ, ਉਹ ਸਾਰੇ ਕਿਧਰੇ ਜਰਾਸੀਮ ਖਿਲਰ ਜਾਣਦੇ। ਬਾਂਹ ਅੱਗੇ ਰੱਖਣੀ ਹੈ ਔਰ ਕੱਪੜਾ ਅੱਗੇ ਰੱਖਣਾ ਹੈ। ਔਰ ਜਿਹੜੀ ਵਾਸੀ ਮਾਰਨਾ, ਜਮਾਈ ਲੈਣਾ, ਉਹ ਕਿਸੇ ਵੀ ਨਬੀ ਨੇ ਕਦੇ ਜਮਾਈ ਨਹੀਂ ਲਈ। ਔਰ ਜਮਾਈ ਕਿਉਂ ਆਉਂਦੀ ਹੈ, ਵਾਸੀਆਂ ਜਿਹੜੀਆਂ ਮਾਰਦੇ ਹੋ, ਇਹ ਕਿਉਂ ਆਉਂਦੀ ਹੈ? ਜਦੋਂ ਬੰਦਾ ਸੁਸਤ ਹੋ ਜਾਂਦਾ ਹੈ। ਕਾਹੇ ਤੇ ਮੋਮਨ ਤੇ ਸੁਸਤ ਹੁੰਦਾ ਹੀ ਨਹੀਂ, ਹਰ ਵਕਤ ਵਜ਼ੂ 'ਚ ਰਹਿੰਦਾ ਹੈ, ਹਰ ਵਕਤ ਜ਼ਿਕਰ ਕਰਦਾ ਰਹਿੰਦਾ ਹੈ, ਨਮਾਜ਼ ਕੁਰਾਨ 'ਚ ਰਹਿੰਦਾ ਹੈ। ਉਹ ਕਿਉਂ ਸੁਸਤ ਹੋਵੇਗਾ? ਸੁਸਤੀ ਤੇ ਮੋਮਨ ਨੂੰ ਜਚਦੀ ਨਹੀਂ ਨਾ ਹੈ ਵੀ। ਤੇ ਲਿਹਾਜ਼ਾ ਕੋਸ਼ਿਸ਼ ਕਰਨੀ ਹੈ ਕਿ ਅਗਰ ਜਮਾਈ ਖੁਦਾ ਨ ਖਾਸਤਾ ਤੁਸੀਂ ਬੜੇ ਥੱਕੇ ਵੀ ਹੋ ਤੇ ਫਿਰ ਵੀ ਜਮਾਈ ਕਿਧਰੇ ਪਾਸੇ ਜਾ ਕੇ ਮਾਰੋ। ਦੂਜਿਆਂ ਤੇ ਸੁਸਤੀ ਨਾ ਆਪਣੀ ਸੱਟੋ, ਮੂੰਹ ਦੇ ਅੱਗੇ ਕੱਪੜਾ ਰੱਖੋ, ਠੀਕ ਹੈ ਨਾ, ਮੂੰਹ ਬੰਦ ਕਰਕੇ, ਕਿਉਂਕਿ ਜਦੋਂ ਮੂੰਹ ਖੁੱਲਦਾ ਨਾ ਜਮਾਈ ਵਾਸਤੇ ਤੇ ਸ਼ੈਤਾਨ ਅੰਦਰ ਵੜਦਾ ਮੂੰਹ ਦੇ ਔਰ ਫਿਰ ਬਾਹਰ ਨਿਕਲਦਾ, ਫਿਰ ਬੰਦੇ ਦਾ ਮਜ਼ਾਕ ਕਰਦਾ ਕਿ ਤੱਕੋ ਮੋਮਿਨ ਮੂੰਹ ਖੋਲ ਕੇ ਕਿੱਡਾ ਕੋਝਾ ਲੱਗ ਰਿਹਾ ਆ, ਕਿੱਡਾ ਬੁਰਾ ਲੱਗ ਰਿਹਾ ਆ। ਲਿਹਾਜ਼ਾ ਤੁਸੀਂ ਕੀ ਕਰਨਾ ਕਿ ਮੂੰਹ ਬੰਦ ਕਰਨਾ, ਲੰਮੇ ਲੰਮੇ ਡਕਾਰ ਨਹੀਂ ਮਾਰਨੇ ਕਿ ਖਾਣਾ ਖਾਦਾ ਉਤੋਂ ਰੱਜ ਕੇ ਪਾਣੀ ਪੀਤਾ, ਕੋਕ ਪੀਤੀ, ਪੈਪਸੀ ਪੀਤੀ, ਤਾਂ ਫਿਰ ਉਹ ਡਕਾਰ। ਤੇ ਇਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕਦੇ ਡਕਾਰ ਨਹੀਂ ਲਿਆ। ਇਹ ਬੜਾ ਹੀ ਅਦਬ ਦੇ ਖਿਲਾਫ ਹੈ। ਔਰ ਆਪਣੀ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਹੈ, ਕਿਉਂਕਿ ਸਫਾਈ ਅੱਧਾ ਈਮਾਨ ਹੈ। ਆਪਣੇ ਕੱਪੜਿਆਂ ਨੂੰ ਸਾਫ਼ ਰੱਖਣਾ ਹੈ, ਆਪਣੇ ਜਿਸਮ ਨੂੰ ਸਾਫ਼ ਰੱਖਣਾ ਹੈ, ਰੋਜ਼ ਨਹਾਉਣਾ ਹੈ, ਹਫ਼ਤੇ 'ਚ ਕਮ ਸੇ ਕਮ ਇੱਕ ਵਾਰੀ ਆਪਣੇ ਨਾਖੂਨ ਕੱਟਣੇ ਨੇ। ਔਰ ਨਾਖੂਨ ਜਿਹੜੇ ਨੇ ਉਹ ਜਿਹੜੀ ਸਾਈਡ 'ਤੇ ਇਹ ਨਹੀਂ ਕਿ ਜਿੱਥੇ ਕੱਟੇ ਨੇ ਉੱਥੇ ਹੀ ਖਿਲ ਰਹੇ ਨੇ, ਨੌਸਤ ਹੈ, ਉਹਨਾਂ ਨੂੰ ਕਿਸੇ ਟਿਸ਼ੂ ਪੇਪਰ ਵਗੈਰਾ ਬੰਦ ਕਰਕੇ ਦੱਬੋ। ਔਰ ਆਪਣੇ ਬਾਲਾਂ 'ਤੇ ਕੰਘੀ ਤੇਲ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਰੋਜ਼ਾਨਾ ਤੇਲ ਲਾਉਂਦੇ, ਗੁਸਲ ਫਰਮਾਉਂਦੇ, ਕੰਘੀ ਕਰਦੇ, ਬਾਕਾਇਦਾ ਦੰਦ ਸਾਫ਼ ਕਰਦੇ, ਮਸਵਾਕ ਕਰਦੇ। ਇਹ ਦੰਦ, ਆਪਣੇ ਦੰਦਾਂ ਨੂੰ ਬਚਾਉਣਾ ਹੈ, ਕਿਉਂਕਿ ਦੰਦ ਖਰਾਬ ਹੋਣ ਦੇ ਨਾ ਤੇ ਮਿਹਦਾ ਖਰਾਬ ਹੋ ਜਾਏਗਾ।
ਕਿਉਂਕਿ ਸਾਡਾ ਖਾਣਾ ਦੰਦਾਂ 'ਚੋਂ ਚਬਾ ਕੇ ਪੇਟ 'ਚ ਜਾਂਦਾ ਹੈ ਨਾ, ਤੇ ਉਹ ਦੰਦਾਂ 'ਚ ਜੋ ਕੋਈ ਕੈਵਿਟੀ ਵਗੈਰਾ ਜੋ ਵੀ ਅੰਦਰ ਜਰਾਸੀਮ ਨੇ ਉਹ ਬੇਦੇ 'ਚ ਟੁਰ ਜਾਂਦੇ ਨੇ, ਬੰਦਾ ਬਿਮਾਰ ਹੋ ਜਾਂਦਾ ਹੈ। ਇਸ ਕਰਕੇ ਦੰਦਾਂ ਨੂੰ ਜ਼ਰੂਰ ਸਾਫ਼ ਕਰਨਾ ਹੈ, ਮਸਵਾਕ ਨੂੰ ਆਪਣੀ ਆਦਤ ਬਣਾਉਣਾ ਹੈ। ਆਪਣੇ ਕੱਪੜੇ ਘਰ, ਔਰ ਇਹ ਨਹੀਂ ਕਿ ਬਾਜ਼ ਆਂਟੀਆਂ ਦੇਖੀਆਂ ਨੇ ਘਰ ਸਾਫ਼ ਕੀਤਾ ਤੇ ਕੂੜਾ ਬਾਹਰ ਗਲੀ 'ਚ ਢੇਰ ਲਾ ਦਿੱਤਾ, ਇਸ ਤਰ੍ਹਾਂ ਨਹੀਂ ਕਰਨਾ। ਕੂੜਾ ਆਪਣਾ ਆਪ ਹੀ ਸੰਭਾਲਣਾ, ਜਿੱਥੇ ਵੀ ਉਹਨੂੰ ਸੱਟਣਾ ਉੱਥੇ ਆਪ ਹੀ ਸੱਟਣਾ। ਔਰ ਅਗਰ ਕੋਈ ਤੁਹਾਨੂੰ ਦਾਵਤ ਦਿੰਦਾ ਤਾਂ ਉੱਥੇ ਨਖਰੇ ਨਹੀਂ ਦੱਸਣੇ ਕਿ ਅਸੀਂ ਨਹੀਂ ਆ ਰਹੇ, ਨਹੀਂ ਅਸੀਂ ਤਾਂ ਬੜੇ ਮਸਰੂਫ ਹਾਂ। ਮੋਮਨ ਦੀ ਇਹ ਸ਼ਾਨ ਹੈ ਕਿ ਉਹ ਦਾਵਤ ਕਬੂਲ ਕਰਦਾ ਹੈ। ਅਗਰ ਉਹਨੂੰ ਦਾਵਤ ਦਿੱਤੀ ਜਾਂਦੀ ਹੈ ਤਾਂ ਖੁਸ਼ਦਿਲੀ ਨਾਲ ਕਬੂਲ ਕਰਦਾ ਹੈ, ਠੀਕ ਹੈ ਨਾ। ਔਰ ਆਪਣੀ ਭੈਣ ਭਾਈਆਂ ਨੂੰ ਉਹਨਾਂ ਨੂੰ ਖਾਣੇ ਤੇ ਬੁਲਾਓ, ਖਾਣਾ ਖਿਲਾਓ, ਖਾਲਾ ਚੱਚਾ ਮਾਮੂ ਨੂੰ, ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਰਿਸ਼ਤੇਦਾਰਾਂ ਦੇ ਹਕੂਕ ਦੱਸੇ ਨੇ। ਸਿਲਾ ਰਹਿਮੀ, ਕਿਉਂਕਿ ਰਿਸ਼ਤੇਦਾਰ ਜਿਸ ਦਸਤਰਖਾਨ ਤੋਂ ਖਾਂਦੇ ਨੇ ਉਹ ਦਸਤਰਖਾਨ ਵੱਧ ਜਾਂਦਾ ਹੈ। ਤੋਹਫੇ ਤਾਇਫ ਦੋ, ਲੇਕਿਨ ਇਸ ਗੱਲੇ ਨਹੀਂ ਤੋਹਫੇ ਤਾਇਫ ਦੇਣੇ ਕਿ ਮੈਂ ਉਹਨੂੰ $100 ਦਿੱਤੇ ਤੇ ਉਹ ਮੈਨੂੰ 200 ਦੇ, ਇਹ ਤੇ ਫਿਰ ਤਜਾਰਤ ਹੋ ਗਈ, ਸੁन्नत ਤੇ ਨਾ ਹੋਈ, ਤੇ ਉਹਦਾ ਫਿਰ ਕੋਈ ਅਜਰ ਵੀ ਨਹੀਂ ਹੈ ਵੀ। ਲਿਹਾਜ਼ਾ ਜਿਹਨੂੰ ਓਨੇ ਹੀ ਦੋ ਲੋਕਾਂ ਨੂੰ ਜਿੰਨੇ ਉਸੇ ਵੇਲੇ ਭੁੱਲ ਜਾਓ, ਬਾਅਦ 'ਚ ਫਿਰ ਉਹਨੂੰ ਯਾਦ ਨਹੀਂ ਰੱਖਣਾ ਕਿ ਉਹਨਾਂ ਨੇ ਨਹੀਂ ਦਿੱਤਾ। ਔਰ ਜਦੋਂ ਅਜ਼ਾਨ ਆਵੇ ਅਜ਼ਾਨ ਸੁਣਨੀ ਹੈ, ਅਜ਼ਾਨ ਦਾ ਜਵਾਬ ਦੇਣਾ ਹੈ। ਔਰ ਜਦੋਂ ਅਜ਼ਾਨ ਖ਼ਤਮ ਹੋ ਜਾਏ ਦੁਆ ਮੰਗਣੀ ਹੈ, ਅਜ਼ਾਨ ਦੀ ਦੁਆ ਪੜ੍ਹਨੀ ਹੈ, ਫਿਰ ਦੁਆ ਵੀ ਮੰਗਣੀ ਹੈ, ਦਰੂਦ ਸ਼ਰੀਫ ਵੀ ਪੜ੍ਹਨਾ ਹੈ, ਕਿਉਂਕਿ ਅਜ਼ਾਨ ਤੋਂ ਬਾਅਦ ਦੁਆ ਕਬੂਲ ਹੁੰਦੀ ਹੈ। ਔਰ ਕੋਸ਼ਿਸ਼ ਕਰਨੀ ਹਰ ਵਕਤ ਵਜ਼ੂ 'ਚ ਰਹਿਣਾ ਹੈ, ਕਿਉਂਕਿ ਜਦੋਂ ਅਸੀਂ ਵਜ਼ੂ 'ਚ ਹੁੰਦੇ ਹਾਂ ਤੇ ਸ਼ੈਤਾਨ ਸਾਡੇ ਨੇੜੇ ਨਹੀਂ ਆਉਂਦਾ। ਔਰ ਵਜ਼ੂ ਕਰਨੇ ਵਾਲੇ ਨਾਲ ਅੱਲਾਹ ਦਾ ਵਾਅਦਾ ਹੈ ਕਿ ਉਹਦੇ ਰਿਜ਼ਕ 'ਚ ਬਰਕਤ ਆਵੇਗੀ। ਅਸੀਂ ਕਹਿੰਦੇ ਹਾਂ ਸਾਡੇ ਰੋਜ਼ੀ ਰਿਜ਼ਕ 'ਚ ਬਰਕਤ ਨਹੀਂ ਹੈ ਵੀ, ਖੁਦਾ ਨਾ ਖਾਸਤਾ, ਕਿਉਂਕਿ ਅਸੀਂ ਵਜ਼ੂ 'ਚ ਤੇ ਰਹਿੰਦੇ ਨਹੀਂ ਹੈ ਵੀ। ਵਜ਼ੂ ਰੱਖਣਾ ਹੈ, ਜਿਉਂ ਹੀ ਟੁੱਟੇ ਦੁਬਾਰਾ ਕਰ ਲੈਣਾ ਹੈ। ਔਰ ਆਪਣੀ ਨਮਾਜ਼ ਬਾਕਾਇਦਾ ਪੜ੍ਹਨੀ ਹੈ। ਜਿਹੜੇ ਮਰਦ ਨੇ ਉਹਨਾਂ ਨੂੰ ਜਮਾਤ ਨਾਲ ਨਮਾਜ਼ ਵਾਸਤੇ ਭੇਜਣਾ ਹੈ, ਕਿਉਂਕਿ ਅਗਰ ਉਹ ਨਮਾਜ਼ ਜਮਾਤ ਨਾਲ ਪੜ੍ਹਦੇ ਤੇ ਉਹਨਾਂ ਨੂੰ 27 ਗੁਣਾ ਜ਼ਿਆਦਾ ਅਜਰ ਮਿਲੇਗਾ। ਘਰ ਪੜ੍ਹੀ ਵਾਲੀ ਨਮਾਜ਼ ਤੇ 1 ਗੁਣਾ ਅਜਰ ਹੈ ਨਾ। ਔਰ ਜਦੋਂ ਸੁਬਹ ਸ਼ਾਮ ਦੇ ਦੋਨੋਂ ਔਕਾਤ ਨੇ, ਜਿਹੜੇ ਸੂਰਜ ਨਿਕਲਣੇ ਔਰ ਡੁੱਬਣੇ ਦੇ, ਉਹਨਾਂ 'ਚ ਅੱਲਾ ਦਾ ਬਹੁਤ ਜ਼ਿਕਰ ਕਰੋ। ਬਾਜ਼ਾਰ ਜਾਓ ਤੇ ਚੌਥਾ ਕਲਮਾ ਪੜ੍ਹੋ, ਚੌਥਾ ਨਹੀਂ ਆਉਂਦਾ ਯਾਦ ਕਰੋ, ਤੁਹਾਡੀ ਅੱਛੀ ਖਰੀਦਾਰੀ ਹੋਵੇਗੀ, ਵਰਨਾ ਪਹਿਲਾ ਕਲਮਾ ਪੜ੍ਹਦੇ ਰਹੋ, ਠੀਕ ਹੈ ਨਾ। ਔਰ ਸ਼ੀਸ਼ਾ ਤੱਕੋ ਫਿਰ ਵੀ ਦੁਆ ਸ਼ੀਸ਼ੇ ਦੀ ਮੰਗੋ, ਬਿਸਮਿਲ੍ਲਾ ਮਾਸ਼ਾਅੱਲਾ ਲਾ ਕੁਵਤਾ ਪੜ੍ਹੋ, ਤਾਂ ਕਿ ਤੁਸੀਂ ਹਮੇਸ਼ਾ ਸਿਹਤਮੰਦ ਖੂਬਸੂਰਤ ਰਹੋ, ਤੁਹਾਡੇ 'ਚ ਕੋਈ ਐਬ ਪੈਦਾ ਨਾ ਹੋ ਜਾਏ। ਔਰ ਅਗਰ ਕੋਈ ਮੁਸਲਮਾਨ ਹੱਸਦਾ ਹੋਵੇ ਪਿਆ, ਉਹਨੂੰ ਦੁਆ ਦਿਓ ਕਿ ਅੱਲਾ ਤੈਨੂੰ ਸਦਾ ਹੱਸਦਾ ਰੱਖੇ, ਆਜ਼ਾਕ ਅੱਲਾ ਸਿੰਨਾ ਕੀ, ਅੱਲਾ ਤੇਰੇ ਦੰਦਾਂ ਨੂੰ ਹੱਸਦਾ ਰੱਖਣ। ਦੁਆ ਦਿਆ ਕਰੋ ਕਿ ਅਗਰ ਮੁਰਗੇ ਦੀ ਆਵਾਜ਼ ਆਉਂਦੀ ਉਸ ਵਕਤ ਦੁਆ ਮੰਗੋ, ਕਿਉਂਕਿ ਉਹ ਰਹਿਮਤ ਦੇ ਫਰਿਸ਼ਤੇ ਤੱਕ ਕੇ ਨਾ ਤੇ ਮੁਰਗ ਅਜ਼ਾਨ ਦਿੰਦਾ ਹੈ, ਤਾਂ ਉਸ ਵਕਤ ਦੁਆ ਕਬੂਲ ਹੁੰਦੀ ਹੈ। ਔਰ ਅਗਰ ਗਧੇ ਦੀ ਆਵਾਜ਼, ਗਧਾ ਬੋਲਦਾ ਹੈ, ਉਹਦੀ ਆਵਾਜ਼ ਸੁਣਾਈ ਦਿੰਦੀ ਹੈ, ਤੇ ਉਸ ਵਕਤ ਤੁਸੀਂ ਤਾਊਜ਼ ਪੜ੍ਹੋ, ਔਜ਼ੁ ਬਿੱਲਾ ਮਿਨ ਸ਼ੈਤਾਨ ਰਜੀਮ। ਉਹ ਸ਼ੈਤਾਨ ਨੂੰ ਦੇਖਦਾ ਤੇ ਚੀਖਦਾ ਹੈ ਨਾ, ਤੇ ਲਿਹਾਜ਼ਾ ਅਗਰ ਬੱਦਲ ਗਰਜਨ ਫਿਰ ਵੀ ਦੁਆ ਮੰਗੋ ਕਿ ਅੱਲਾ ਪਾਕ ਇਹਨੂੰ ਰਹਿਮਤ ਦਾ ਬੱਦਲ ਬਣਾਇਓ, ਅੱਲਾ ਪਾਕ ਕਿ ਕਿਧਰੇ ਤੂਫਾਨ ਔਰ ਸੈਲਾਬ ਨਾ ਬਣ ਜਾਏ, ਅੱਲਾ ਕਰੀਮ ਉਹ ਮੀਂਹ ਪਾਓ ਜਿਹੜਾ ਸਾਡੀਆਂ ਖੇਤਾਂ ਫਸਲਾਂ ਨੂੰ ਉਗਾਏ, ਸਾਡੇ ਮਰੀ ਜ਼ਮੀਨ ਨੂੰ ਜ਼ਿੰਦਗੀ ਅਤਾ ਫਰਮਾਏ। ਅੱਲਾ ਕਰੀਮ ਇਹ ਬਾਦਲ ਕਿਤੇ ਬਿਜਲੀ ਕੜਕ ਕੇ ਕਿਸੇ ਦਾ ਘਰ ਨਾ ਤਬਾਹ ਕਰ ਦੇ। ਅੱਲਾ ਕਰੀਮ ਰਹਿਮਤ ਦਾ ਚੰਨ ਨੂੰ ਦੇਖੋ ਤੇ ਦੁਆ ਕਰੋ, ਚੰਨ ਤੇਰਾ ਤੇ ਮੇਰਾ ਖੁਦਾ ਇੱਕ ਹੀ ਹੈ, ਇਹ ਚੰਨ ਅੱਲਾ ਕਰੀਮ ਇਸ ਚੰਨ ਨੂੰ ਸਾਡੇ ਤੇ ਰਹਿਮਤਾਂ ਬਰਕਤਾਂ ਆਸਾਨੀਆਂ ਵਾਲਾ ਬਣਾਓ, ਅਸੀਂ ਉਹ ਕੰਮ ਕਰੀ ਜਿਹੜੇ ਤੈਨੂੰ ਪਸੰਦ ਨੇ, ਉਹਨਾਂ ਕੰਮਾਂ ਤੋਂ ਬਾਜ਼ ਆਵੀ ਜਿਹੜੇ ਤੁਹਾਨੂੰ ਨਾ ਪਸੰਦ ਨੇ। ਚੰਨ ਨੂੰ ਦੇਖ ਕੇ ਦੁਆ ਕਰੋ। ਔਰ ਅਗਰ ਕੋਈ ਅੱਜ ਕਰਕੇ ਆਉਂਦਾ ਹੈ, ਉਮਰਾ ਕਰਕੇ ਆਉਂਦਾ ਹੈ, ਆਬੇ ਜ਼ਮਜ਼ਮ ਦਿੰਦਾ ਹੈ, ਆਬੇ ਜ਼ਮਜ਼ਮ ਨੂੰ ਦੇਖ ਕੇ ਦੁਆ ਮੰਗੋ, ਦੁਆ ਕਬੂਲ ਹੁੰਦੀ ਹੈ। ਪੀ ਕੇ ਦੁਆ ਮੰਗੋ, ਦੁਆ ਕਬੂਲ ਹੁੰਦੀ ਹੈ, ਠੀਕ ਹੈ ਨਾ। ਔਰ ਅਗਰ ਤੁਸੀਂ ਸ਼ਾਮੀ ਸੌਂਦੇ ਹੋ ਬਿਸਤਰ ਤੇ, ਫਿਰ ਵੀ ਤੁਸੀਂ ਸੌਂਦੇ ਵਾਲੀ ਵਜ਼ੂ ਕਰਕੇ ਸਵੋ, ਇਸ਼ਾ ਪੜ੍ਹ ਕੇ ਸਵੋ, ਔਰ ਬਿਸਤਰ ਨੂੰ ਝਾੜ ਕੇ 3 ਵਾਰੀ ਸਵੋ, ਕਿਉਂਕਿ ਸੁਨਨਤ ਹੈ। ਔਰ ਫਿਰ ਬਿਸਤਰੇ ਤੇ ਬਹਿ ਕੇ ਆਖਰੀ 3 ਕੁਲ ਜਿਹੜੇ ਨਾ ਅਖਲਾਸ ਫਲਕ ਔਰ ਨਾਸ, ਇਹ 3ਵੇਂ ਸੂਰਤਾਂ ਪੜ੍ਹ ਕੇ ਆਪਣੇ ਹੱਥਾਂ ਤੇ ਦਮ ਕਰਕੇ ਸਿਰ ਤੋਂ ਪੈਰ ਤੱਕ ਪੂਰੇ ਜਿਸਮ ਤੇ ਫੇਰੋ। ਇਨਸ਼ਾਅੱਲਾ ਇਹ ਸ਼ਫਾ ਹੈ, ਬਿਮਾਰੀ ਤੋਂ ਬਚਾਏ ਦੀ, ਜਾਦੂ ਜਿੰਨਾਤ ਸ਼ੈਤਾਨੀ ਚੀਜ਼ਾਂ ਤੋਂ ਬਚਾਏ, ਤੁਹਾਡੀ ਹਿਫਾਜ਼ਤ ਹੋ ਜਾਏਗੀ। ਔਰ ਫਿਰ ਦੂਜੀ ਵਾਰ ਵੀ ਇੰਝ ਹੀ ਕਰੋ, ਇੱਕ ਵਾਰੀ ਫੇਰ ਲਓ ਪੂਰੇ ਜਿਸਮ ਤੇ ਹੱਥ, ਫਿਰ ਦੂਜੀ ਵਾਰੀ 3 ਸੂਰਤਾਂ ਪੜ੍ਹੋ, ਆਪਣੀ ਤਲੀਆਂ ਤੇ ਆਪਣੇ ਹੱਥਾਂ ਤੇ ਫੂਕ ਮਾਰ ਕੇ, ਫਿਰ ਆਪਣੇ ਸਿਰ ਤੋਂ ਪੈਰ ਤੱਕ ਅੱਗੇ ਪਿੱਛੇ ਸਾਰੇ ਮਲ ਕੇ ਫਿਰ ਤੀਜੀ ਵਾਰ ਪੜ੍ਹੋ। ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਤਰੀਕਾਕਾਰ ਸੀ, ਇਹ ਸੁਨਨਤ ਹੈ। ਬਿਸਤਰੇ ਤੇ ਬਹਿ ਕੇ ਆਖਰੀ 3 ਕੁਲ 3 ਵਾਰੀ ਪੜ੍ਹ ਕੇ ਆਪਣੇ ਹੱਥਾਂ ਤੇ ਫੂਕ ਮਾਰ ਕੇ ਆਪਣੇ ਪੂਰੇ ਬਾਡੀ ਤੇ ਫੇਰਨਾ, ਉਹਦੇ ਨਾਲ ਅੱਲਾ ਪਾਕ ਸ਼ਿਫਾਵਾਂ ਅਤਾ ਫਰਮਾਉਂਦੇ ਨੇ, ਸੁਸਤੀਆਂ ਖਤਮ ਹੋ ਜਾਂਦੀਆਂ ਨੇ। ਔਰ ਹਮੇਸ਼ਾ ਸੱਜੇ ਪਾਸੇ ਸੌਣਾ, ਠੀਕ ਹੈ ਨਾ। ਜਦੋਂ ਲੇਟਣਾ ਨਾ ਬਿਸਤਰ ਤੇ ਦਾਈਂ ਸਾਈਡ ਤੇ ਲੇਟਣਾ ਹੈ, ਸਿੱਧੇ ਪਾਸੇ ਲੇਟਣਾ ਹੈ, ਕਿਉਂਕਿ ਖੱਬੇ ਪਾਸੇ ਸਾਡਾ ਦਿਲ ਹੈ ਨਾ, ਤੇ ਸੁਨਨਤ ਕੇ ਸੱਜੇ ਪਾਸੇ ਲੇਟਣਾ ਤਾਂ ਕਿ ਦਿਲ ਜਿਹੜਾ ਉਹ ਪਿਚਕੇ ਨਾ।
ਔਰ ਸੁਨਨਤ ਸਮਝ ਕੇ ਆਪਣਾ ਸਿੱਧਾ ਜਿਹੜਾ ਹੱਥ ਹੈ ਨਾ ਸੱਜਾ, ਉਹਨੂੰ ਆਪਣੀ ਗਲ ਦੇ ਥੱਲੇ ਰੱਖਣਾ ਹੈ ਔਰ ਫਿਰ ਸੱਜੇ ਪਾਸੇ ਸੌਣਾ ਹੈ। ਦੁਆਵਾਂ ਪੜ੍ਹਦਿਆਂ ਸੌਣਾ ਹੈ। ਆਇਤਲ ਕੁਰਸੀ ਪੜ੍ਹਨੀ ਹੈ ਤਾਂ ਕਿ ਤੁਹਾਡੀ ਹਿਫਾਜ਼ਤ ਹੋ ਜੇ। ਜਿਹੜਾ ਸੌਣ ਲੱਗਿਆ ਆਇਤਲ ਕੁਰਸੀ ਪੜ੍ਹਦਾ ਹੈ ਉਹਦੇ ਸਰਾਣੇ ਅੱਲਾਹ ਪਾਕ ਫਰਿਸ਼ਤੇ ਦੀ ਡਿਊਟੀ ਲਾਉਂਦੇ ਨੇ ਕਿ ਜਦੋਂ ਤੱਕ ਇਹ ਸੁੱਤਾ ਰਵੇ ਇਹਦੀ ਹਿਫਾਜ਼ਤ ਦੀ ਜ਼ਿੰਮੇਦਾਰੀ ਹੈ। ਤੁਸੀਂ ਉਹਦੇ ਸਿਕਿਉਰਿਟੀ ਗਾਰਡ ਇੱਥੇ ਖਲੋਤੇ ਹੋ, ਇਹਨੂੰ ਕੋਈ ਚੋਰ ਡਾਕੂ ਜਿੰਨ ਸ਼ੈਤਾਨ ਕੋਈ ਨੁਕਸਾਨ ਨਾ ਪਹੁੰਚਾਏ। ਔਰ ਰਾਤੀ ਜਿਹੜੇ ਵੇਲੇ ਵੀ ਅੱਖ ਖੁੱਲ੍ਹਣੀ ਹੈ, ਜਿਸ ਵਕਤ ਵੀ ਅੱਖ ਖੁੱਲ੍ਹਣੀ ਹੈ, ਤੁਸੀਂ ਕਲਮਾ ਪੜ੍ਹਨਾ ਹੈ ਔਰ ਅੱਲਾਹ ਪਾਕ ਨੂੰ ਦੁਆ ਮੰਗਣੀ ਹੈ। ਤੇ ਜਿਹੜੇ ਫਰਿਸ਼ਤੇ ਤੁਹਾਡੇ ਸਰਾਣੇ ਖਲੋਤੇ ਨੇ ਉਹ ਦੁਆ ਦੀ ਕਬੂਲੀਅਤ ਦੁਆ ਮੰਗਣ ਦੇ, ਉਹ ਤੁਹਾਡੀ ਦੁਆ ਇਨਸ਼ਾਅੱਲਾ ਕਬੂਲ ਹੋ ਜਾਏਗੀ। ਠੀਕ ਹੈ ਨਾ। ਔਰ ਕੋਸ਼ਿਸ਼ ਕਰਨੀ ਹੈ ਕਿ ਆਪ ਕਮਰਿਆਂ 'ਚ ਸੋਵੋ, ਸਾਈਡ 'ਤੇ ਸੋਵੋ, ਇਹ ਨਹੀਂ ਕਿ ਵਿਚਕਾਰ ਮਿਡਲ ਦੇ ਸੇਨ 'ਚ। ਅਗਰ ਇਸ ਤਰ੍ਹਾਂ ਸੋਣਾ ਪੈ ਰਿਹਾ ਤਾਂ ਆਪਣੀ ਚਾਦਰ ਉੱਤੇ ਲੈ ਕੇ ਸੋਵੋ। ਕੀ ਪਤਾ ਸੁੱਤਿਆਂ ਬੰਦੇ ਦਾ ਹੱਥ ਕਿੱਧਰ ਗਿਆ, ਮੂੰਹ ਕਿੱਧਰ ਗਿਆ। ਠੀਕ ਹੈ ਨਾ। ਕੱਪੜੇ ਪਾ ਕੇ ਪ੍ਰੋਪਰ। ਰਾਤ ਨੂੰ ਡਿਫਰੈਂਟ ਕੱਪੜੇ ਦੂਜੇ ਕੱਪੜੇ ਪਾਣੇ ਨੇ, ਰਾਤ ਅਲੱਗ ਕੱਪੜੇ ਪਾਣੇ ਨੇ। ਜਿਹੜੇ ਦਿਨ ਨੂੰ ਪਾਏ ਨੇ ਉਹ ਨਹੀਂ, ਰਾਤ ਨੂੰ ਹਲਕੇ ਫੁਲਕੇ ਖੁੱਲੇ ਕੱਪੜੇ ਪਾ ਕੇ ਸੌਣਾ ਤਾਂ ਕਿ ਸਕੂਨ ਦੀ ਨੀਂਦਰ ਆਵੇ। ਔਰ ਜਦੋਂ ख्वाब ਵੀ ਆਵੇ, ਅਗਰ ਅੱਛਾ ख्वाब ਦੇਖੋ ਤਾਂ ਅੱਲਾ ਦਾ ਸ਼ੁਕਰ ਅਦਾ ਕਰੋ। ਕਿਸੇ ਨੇਕ ਬੰਦੇ ਨੂੰ ਅਗਰ ਸੁਣਾਉਣਾ ਤਾਂ ਸੁਣਾਓ, ਵਰਨਾ ਨਾ ਸੁਣਾਓ। ਅਗਰ ਕੋਈ ਖੁਦਾ ਨਾ ਖਾਸਤਾ ਬੁਰਾ ख्वाब ਆਇਆ ਤੇ ਆਪਣੀ ਸਾਈਡ ਬਦਲੋ। ਰਾਤੀ ਆਊਜ਼ੁ ਬਿੱਲਾ ਮਿਨ ਸ਼ੈਤਾਨ ਰਜੀਮ ਪੜੋ 3 ਵਾਰੀ, ਹਲਕਾ ਜਿਹਾ ਥੁੱਕ ਦਿਓ ਖੱਬੇ ਪਾਸੇ ਕਿ ਅੱਲਾ ਪਾਕ ਇਸ ਜਿਹੜਾ ख्वाब ਹੈ ਨਾ ਇਹਦੇ ਸਾਨੂੰ ਬੁਰਾਈਆਂ ਤੋਂ ਬਚਾਇਓ, ਇਹਦੀਆਂ ਖੈਰਾਂ ਸਾਨੂੰ ਅਤਾ ਫਰਮਾਵੋ, ਇਹਦੀਆਂ ਬੁਰਾਈਆਂ ਤੋਂ ਸਾਨੂੰ ਪਨਾਹ ਦਿਓ। ਔਰ ਇਹ ਵੀ ਕੋਸ਼ਿਸ਼ ਕਰੋ ਕਿ ਇਨਸਾਨਾਂ ਨਾਲ ਤੁਸੀਂ ਅੱਛੇ ਰਹੋ। ਇਨਸਾਨਾਂ ਨਾਲ ਅਗਰ ਅਸੀਂ ਅੱਛੀ ਰਵਾਂਗੇ ਤੇ ਸਾਡੀਆਂ ਦੁਆਵਾਂ ਵੀ ਕਬੂਲ ਹੋਣ ਦੀਆਂ, ਕਿਉਂਕਿ ਅੱਲਾਹ ਪਾਕ ਫਰਮਾਉਂਦੇ ਨੇ ਕਿ ਮੈਂ ਬੰਦੇ ਦੇ ਦਿਲ 'ਚ ਰਹਿਣਾ। ਜਿਹੜਾ ਬੰਦੇ ਨੂੰ ਰਾਜ਼ੀ ਰੱਖ ਲਏਗਾ ਉਹ ਮੈਨੂੰ ਰਾਜ਼ੀ ਰੱਖ ਲਏਗਾ। ਜ਼ਿੰਦਗੀ 'ਚ ਹੋ ਜਾਂਦੀਆਂ ਨੇ ਗਲਤੀਆਂ, ਕਮੀਆਂ ਕੁਤਾਈਆਂ, ਕਦੇ ਕੋਈ ਇੰਝ ਦੀ ਗਲਤੀ ਹੋ ਗਈ ਹੈ। ਅਸੀਂ ਇਨਸਾਨ ਆ ਨਾ, ਬਸ਼ਰ ਹਾਂ, ਤੇ ਤੋਬਾ ਦੇ ਦਰਵਾਜ਼ੇ ਤੇ ਖੁੱਲ੍ਹੇ ਹੀ ਨੇ। ਠੀਕ ਹੈ ਨਾ। ਔਰ ਅੱਲਾਹ ਪਾਕ ਕੁਰਾਨ 'ਚ ਫਰਮਾਉਂਦੇ ਨੇ ਕਿ ਐ ਮੋਮਨੋ ਸਾਰੇ ਅੱਲਾਹ ਅਲ ਤੋਬਾ ਕਰੋ, ਅੱਲਾਹ ਦੀ ਤਰਫ ਤੋਬਾ ਕਰੋ, ਤੁਸੀਂ ਨਜਾਤ ਪਾ ਜਾਓਗੇ। ਔਰ ਇੱਕ ਹੋਰ ਜਗ੍ਹਾ ਅੱਲਾਹ ਇਸ ਜਲ ਫਰਮਾਉਂਦੇ ਨੇ ਕਿ ਐ ਈਮਾਨ ਵਾਲੋ ਅੱਲਾਹ ਦੀ ਜਨਾਬ 'ਚ ਖਾਲਸ ਤੋਬਾ ਕਰੋ, ਤੋਬਤਨ ਨਸੂਹਾ, ਖਾਲਸ ਤੋਬਾ ਕਰੋ। ਇਹ ਸੂਰਤ ਤਹਰੀਮ 'ਚ। ਔਰ ਇੱਕ ਹੋਰ ਜਗ੍ਹਾ ਸੂਰਤ ਬਕਰਾ 'ਚ ਅੱਲਾਹ ਪਾਕ ਫਰਮਾਉਂਦੇ ਨੇ ਕਿ ਅੱਲਾਹ ਪਸੰਦ ਕਰਦਾ ਹੈ ਤੋਬਾ ਕਰਨੇ ਵਾਲਿਆਂ ਨੂੰ ਔਰ ਪਾਕ ਰਹਿਣੇ ਵਾਲਿਆਂ ਨੂੰ। ਯਾਨੀ ਅਸਤਗਫਾਰ ਦੀ ਕਸਰਤ ਕਰੋ ਔਰ ਬਾਵਜ਼ੂ ਰਹੋ, ਸਾਫ਼ ਸੁਥਰੇ ਰਹੋ। ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਤੇ ਬਖਸ਼ੇ ਬਖਸ਼ਾਏ ਉਹ ਫਰਮਾਉਂਦੇ ਨੇ ਕਿ ਮੈਂ ਵੀ ਦਿਹਾੜੀ 100 ਵਾਰੀ ਤੋਬਾ ਕਰਨਾ। ਔਰ ਇੱਕ ਹਦੀਸ ਮੁਬਾਰਕਾ 'ਚ 70 ਵਾਰੀ ਤੋਬਾ ਕਰਨਾ। ਅਸੀਂ ਤੋਬਾ ਨੂੰ ਭੁੱਲੇ ਪਏ ਹਾਂ। ਤੋਬਾ ਕਰਾਂਗੇ ਤੇ ਰਿਜ਼ਕ ਦੇ ਦਰਵਾਜ਼ੇ ਵੀ ਖੁੱਲਣ ਦੇ, ਤੋਬਾ ਕਰਾਂਗੇ ਤੇ ਅੱਲਾਹ ਪਾਕ ਖੈਰਾਂ ਤੇ ਬਰਕਤਾਂ ਦੇ ਦਰਵਾਜ਼ੇ ਵੀ ਖੋਲਣ ਦੇ। ਤੋਬਾ ਜ਼ਰੂਰ ਕਰਨੀ ਹੈ। ਸੁਬਹ ਸ਼ਾਮ ਇੱਕ ਤਸਬੀਹ ਇਸਤਗਫਾਰ ਦੀ ਕਰ ਲਿਆ ਕਰੋ, ਕਿਉਂਕਿ ਉਹਦੇ ਨਾਲ ਕੀ ਹੋਵੇਗਾ ਕਿ ਅੱਲਾਹ ਪਾਕ ਇਨਸ਼ਾਅੱਲਾ ਸਾਡੇ ਗੁਨਾਹ ਬਖਸ਼ਣ ਦੇ, ਅੱਗੋਂ ਸਾਡੇ ਵਾਸਤੇ ਖੈਰ ਦੀਆਂ ਰਾਵਾਂ ਬਣਾਉਣ ਦੇ। ਔਰ ਲਾਲਚ ਨਹੀਂ ਕਰਨੀ, ਇਰਸ ਨਹੀਂ ਕਰਨੀ ਨਾ। ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਿਹੜਾ ਬੰਦਾ ਦਰਮਿਆਨੀ ਰਾਹ ਇਖਤਿਆਰ ਕਰਦਾ, ਮਿਆਨਾ ਰਵੀ, ਉਹ ਕਦੇ ਗਰੀਬ ਨਹੀਂ ਹੁੰਦਾ। ਕਈ ਲੋਕ ਜਿਹੜੇ ਨੇ ਇੰਨਾ ਲਾਲਚ ਤਮਾ ਔਰ ਬਖੀਲੀ ਕਰਦੇ ਨੇ ਕਿ ਪੈਸੇ ਜੋੜ ਜੋੜ ਕੇ ਰੱਖਦੇ ਨੇ, ਆਪਣੇ ਉੱਤੇ ਲਾਉਂਦੇ ਹੀ ਨਹੀਂ। ਇਹਦੀ ਇਸਲਾਮ ਇਜਾਜ਼ਤ ਨਹੀਂ ਦਿੰਦਾ। ਕਈ ਇੰਨੇ ਫਜ਼ੂਲ ਖਰਚ ਹੁੰਦੇ ਨੇ ਕਿ ਜਿਹੜਾ ਆਇਆ ਡਾ ਦਿੱਤਾ, ਇਹਦੀ ਵੀ ਇਜਾਜ਼ਤ ਨਹੀਂ। ਦਰਮਿਆਨੀ ਚਾਲ ਚੱਲਣੀ ਹੈ। ਠੀਕ ਹੈ ਨਾ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਇੱਕ ਹਦੀਸ 'ਚ ਫਰਮਾਇਆ ਕਿ 3 ਚੀਜ਼ਾਂ ਬੰਦੇ ਨੂੰ ਨਜਾਤ ਦੇਣ ਦੀਆਂ, ਬਚਾ ਲੈਣਗੀਆਂ। ਪਹਿਲੀ ਕਿ ਅੱਲਾ ਦਾ ਡਰ, ਦੂਸਰੀ ਇਹ ਕਿ ਤੁਸੀਂ ਅਮੀਰ ਹੋ ਜਾਂ ਗਰੀਬ ਦਰਮਿਆਨੀ ਚਾਲ ਚੱਲੋ, ਔਰ ਤੀਸਰੀ ਇਹ ਕਿ ਗੁੱਸੇ 'ਚ ਵੀ ਅੱਲਾ ਦੇ ਵਾਸਤੇ ਇਨਸਾਫ ਕਰੋ। ਇਹ ਨਹੀਂ ਗੁੱਸਾ ਚੜਿਆ ਤੇ ਕਿਸੇ ਤੋਂ ਤੁਸੀਂ ਬੁਰੇ ਫੈਸਲੇ ਕਰ ਰਹੇ ਹੋ। ਗੁੱਸਾ ਹੈ ਚਾਹੇ ਸਕੂਨ ਹੈ, ਤੁਸੀਂ ਕੀ ਕਰਨਾ ਹੈ ਅੱਲਾ ਦੀ ਰਜ਼ਾ ਵਾਸਤੇ ਖਾਲਸ ਇਨਸਾਫ ਦੇ ਫੈਸਲੇ ਕਰਨੇ ਨੇ। ਔਰ ਕੋਸ਼ਿਸ਼ ਇਹ ਕਰਨੀ ਹੈ ਕਿ ਅੱਲਾਹ ਪਾਕ ਨੇ ਜੋ ਸਾਨੂੰ ਰਿਜ਼ਕ ਦਿੱਤੇ ਹੈ ਉਹਨੂੰ ਉਹਦੀ ਰਾਹ 'ਚ ਖਰਚ ਕਰਨਾ ਹੈ। ਕਿਉਂਕਿ ਅਗਰ ਅਸੀਂ ਤਮਾ ਇਰਸ ਕਰਾਂਗੇ ਨਾ ਫਿਰ ਪੈਸੇ ਜੋੜਾਂਗੇ, ਤੇ ਇਹ ਤੇ ਯਹੂਦੀਆਂ ਦਾ ਕੰਮ ਹੈ ਨਾ, ਪੈਸੇ ਜੋੜ ਜੋੜ ਕੇ ਰੱਖਣਾ। ਅਸੀਂ ਤੇ ਮੁਸਲਮਾਨ ਹਾਂ, ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਪੈਸੇ ਅੱਲਾਹ ਦੀ ਰਾਹ 'ਚ ਲੋਕਾਂ ਦੇ ਦੁੱਖ ਦੂਰ ਕਰਨੇ ਵਾਲੇ ਔਰ ਸ਼ੁਕਰਗੁਜ਼ਾਰ ਬਣੀਏ। ਇਹ ਨਹੀਂ ਕਿ ਹਰ ਵੇਲੇ ਰੰਡੀ ਰੋਣਾ ਆਏ ਮੇਰੇ ਤੇ ਕੋਲ ਤੇ ਕੁਛ ਨਹੀਂ, ਮਰ ਥਾਂ ਗਏ ਆ, ਇਸ ਤਰ੍ਹਾਂ ਨਹੀਂ ਕਰਨਾ। ਇਹ ਨਾ ਸ਼ੁਕਰੀ ਹੈ ਅੱਲਾਹ ਕਰੀਮ। ਫਿਰ ਕਹਿੰਦੇ ਨੇ ਕਿ ਇਹਨੇ ਤੇ ਰੋਣਾ ਹੀ ਰੋਣਾ ਹੈ, ਚਲੋ ਇਹਨੂੰ ਇਹਦੇ ਕੋਲ ਖੋਹ ਲਓ, ਫਿਰ ਵੀ ਤੇ ਰੋਏਦਾ ਹੀ ਨਾ। ਰੋਣਾ ਨਹੀਂ ਹੈ, ਵੀ ਸ਼ੁਕਰ ਅਦਾ ਕਰਨਾ ਹੈ। ਔਰ ਹਮੇਸ਼ਾ ਆਪਣੇ ਤੋਂ ਨੀਚੇ ਵਾਲਿਆਂ ਨੂੰ ਦੇਖਣਾ ਹੈ, ਆਪਣੇ ਤੋਂ ਉੱਤੇ ਵਾਲਿਆਂ ਨੂੰ ਨਹੀਂ ਦੇਖਣਾ।
ਨੀਚੇ ਵਾਲਿਆਂ ਨੂੰ ਦੇਖੋ ਤੇ ਆਖ ਅੱਲਾ ਕਹਾਂਗੇ ਅੱਲਾ ਉਹਦੇ ਕੋਲ ਤੇ ਆਪਣਾ ਘਰ ਵੀ ਨਹੀਂ, ਅੱਲਾ ਕਰੀਮ ਉਹਦੇ ਕੋਲ ਤੇ 2 ਵਕਤ ਦੀ ਰੋਟੀ ਨਹੀਂ, ਰੋਜ਼ਗਾਰ ਨਹੀਂ, ਉਹਦੇ ਕੋਲ ਤੇ ਗੱਡੀ ਨਹੀਂ, ਮੋਟਰਸਾਈਕਲ ਨਹੀਂ। ਅੱਲਾ ਸੋਹਣੇ ਤੁਸੀਂ ਸਾਨੂੰ ਦਿੱਤੇ ਆ, ਤੁਹਾਡੀ ਬੜੀ ਮਿਹਰਬਾਨੀ ਹੈ। ਫਿਰ ਕਦਰਦਾਨੀ ਜ਼ਿਆਦਾ ਆਵੇਗੀ। ਆਪਣੇ ਤੋਂ ਨੀਚੇ ਦੇਖਾਂਗੇ ਨਾ ਤੇ ਉਹ ਕਦਰਦਾਨੀ ਆਵੇਗੀ। ਔਰ ਅੱਲਾ ਪਾਕ ਨੇ ਜੰਨਤ 'ਚ ਸਖੀਆਂ ਦੇ ਘਰ ਬਣਾਏ ਨੇ। ਜਿਹੜੇ ਦਿਲ ਦੇ ਸਖੀ ਨੇ ਨਾ ਉਹਨਾਂ ਨੂੰ ਅੱਲਾ ਪਾਕ ਜੰਨਤ 'ਚ ਸਪੈਸ਼ਲ ਘਰ ਦੇਣ ਦੇ। ਔਰ ਸਖੀ ਅਗਰ ਗੁਨਾਹ ਵੀ ਕਰਦਾ ਹੈ ਨਾ ਤਾਂ ਅੱਲਾ ਪਾਕ ਉਹਨੂੰ ਮਾਫ ਕਰਦੇ ਨੇ। ਔਰ ਅਗਰ ਉਹਦੇ ਕੋਲ ਕੋਈ ਗਲਤੀ ਹੋ ਹੀ ਜਾਂਦੀ ਹੈ ਤਾਂ ਅੱਲਾ ਪਾਕ ਫਰਿਸ਼ਤਿਆਂ ਦੀ ਡਿਊਟੀ ਲਾਉਂਦੇ ਨੇ, ਇਹਦਾ ਹੱਥ ਫੜ ਲਓ, ਇਹਦੇ ਕੋਲ ਗਲਤੀ ਨਾ ਹੋਵੇ। ਤੇ ਲਿਹਾਜ਼ਾ ਕੋਸ਼ਿਸ਼ ਕਰਨੀ ਹੈ ਕਿ ਅਸੀਂ ਕੰਜੂਸੀਆਂ ਨਹੀਂ ਕਰਨੀਆਂ। ਦਿਲ ਦੀ ਸਖਾਵਤ, ਔਰ ਦੂਜਿਆਂ ਵਾਸਤੇ ਵੀ ਆਪਣੇ ਵਾਸਤੇ ਵੀ। ਔਰ ਦੁਨੀਆ ਨੂੰ ਦਿਲ 'ਚ ਜਗ੍ਹਾ ਨਹੀਂ ਦੇਣੀ ਕਿ ਅਸੀਂ ਆਖੀਏ ਕਿ ਦੁਨੀਆ ਹੀ ਸਭ ਕੁਛ ਹੈ, ਇੱਥੇ ਅਸੀਂ ਬਹਿ ਰਹਿਣਾ। ਇਹ ਤੇ ਮਿਟਣੇ ਵਾਲੀ, ਮੁੱਕਣੇ ਵਾਲੀ, ਮਿਟ ਜਾਏਗੀ, ਖਤਮ ਹੋ ਜਾਏਗੀ। ਇਹ ਇੱਥੇ ਕੋਈ ਟੈਂਟ ਥੋੜੀ ਪੱਕੇ ਲਾਏ ਨੇ ਜਿਹਨਾਂ ਖਤਮ ਨਹੀਂ ਹੋਣਾ, ਕਿਉਂਕਿ ਇਹ ਮਿਟਣੇ ਵਾਲੀ ਚੀਜ਼ ਹੈ। ਕੁਰਾਨ ਪਾਕ ਨੇ ਇਹਨੂੰ ਕੀ ਕਿਹਾ? ਹੁਬੁਲ ਸ਼ਹਵਾਤ ਮਤਾਉਲਾ ਯਾ ਹੈ। ਆਖਰਤ ਅੱਲਾ ਕੋਲ ਕੀ ਹੈ? ਹੁਸਨੁਲ ਮਾਬ, ਅੱਛਾ ਠਿਕਾਣਾ ਹੈ। ਅੱਲਾ ਸੋਹਣੇ ਕੋਲ ਅੱਛਾ ਠਿਕਾਣਾ ਹੈ। ਤੇ ਦੁਨੀਆ ਦੀ ਜ਼ਿੰਦਗੀ ਤੇ ਧੋਖੇ ਦਾ ਸਮਾਨ ਹੈ ਨਾ, ਮਤਾਉਲ ਗਰੂਰ ਹੈ, ਮਿਟਣੇ ਵਾਲੀ ਹੈ। ਇਹ ਤੇ ਸਿਰਫ ਅੱਲਾ ਪਾਕ ਨੇ ਦਾਰੁਲ ਅਸਬਾਬ ਬਣਾਈ ਹੈ ਕਿ ਇੱਥੇ ਜੰਨਤ ਦੀ ਤਿਆਰੀ ਕਰੋ, ਠੀਕ ਹੈ ਨਾ। ਇੱਥੇ ਦੋਜ਼ਖ ਦੀ ਅੱਗ ਨੂੰ ਠੰਡੀਆਂ ਕਰੋ ਨੇਕੀਆਂ ਕਮਾ ਕੇ, ਹਲਾਲ ਰਿਜ਼ਕ ਕਮਾਓ। ਔਰ ਪੈਸਾ ਜਿਹੜਾ ਗੁਰਬਾ 'ਤੇ ਖਰਚ ਕਰੋ। ਔਰ ਯਾਨੀ ਇਹ ਨਾ ਸਮਝੋ ਕਿ ਅਸੀਂ ਇੱਥੇ ਪੱਕਾ ਬਹਿ ਰਹਿਣਾ, ਇਹ ਪੈਸਾ ਸਾਡੀਆਂ ਨਸਲਾਂ ਦੇ ਕੰਮ ਆਵੇਗਾ। ਦੁਨੀਆ ਦੀ ਜਿਹੜੀ ਮੁਹੱਬਤ ਹੈ ਨਾ ਉਹ ਸਾਡੇ ਗੁਨਾਹ 'ਚ ਇਜ਼ਾਫਾ ਕਰਦੀ ਹੈ। ਅਗਰ ਦੁਨੀਆ ਦੀ ਮੁਹੱਬਤ ਦਿਲ 'ਚ ਕੱਢੋਗੇ ਤਾਂ ਸਾਡੇ ਗੁਨਾਹ ਝੜ ਜਾਣਗੇ। ਔਰ ਅਸੀਂ ਕਿੱਡੇ ਸਾਦੇ ਲੋਕ ਹਾਂ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਇੱਕ ਦਫਾ ਆਪਣੇ ਸਹਾਬਾ ਨਾਲ ਸਫ਼ਰ ਕਰ ਰਹੇ ਤੇ ਇੱਕ ਬੱਕਰੀ ਦਾ ਬੱਚਾ ਨਾ ਮਰਿਆ, ਮੈਮਨਾ ਮਰਿਆ, ਕੀੜੇ ਪਏ। ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਇਹਨੂੰ ਕੌਣ ਲਏਗਾ? ਤੇ ਸਾਹਬਾ ਇਕਰਾਮ ਨੇ ਫਰਮਾਇਆ ਕਿ ਯਾ ਰਸੂਲੁल्लाह सल्लल्लाहु अलैहि वसल्लम ਇਹਨੂੰ ਕਿੰਨੇ ਲੈਣਾ ਹੈ? ਇੱਕ ਤੇ ਮਰਿਆ ਬੱਕਰੀ ਦਾ ਬੱਚਾ, ਤੂੰ ਕੀੜੇ ਪਏ। ਤਾਂ ਆਪ ਨੇ ਫਰਮਾਇਆ ਇਹ ਦੁਨੀਆ ਅੱਲਾ ਦੇ ਨਜ਼ਦੀਕ ਮਰੇ ਬੱਕਰੀ ਦੇ ਬੱਚੇ ਆ ਰਹੇ। ਅਸੀਂ ਉਸ ਦੁਨੀਆ ਦੇ ਪਿੱਛੇ ਦੌੜ ਰਹੇ ਹਾਂ, ਉਸ ਦੁਨੀਆ ਦੇ ਪਿੱਛੇ ਦੌੜ ਰਹੇ ਹਾਂ। ਔਰ ਇੱਕ ਦਫਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਦੁਨੀਆ ਔਰ ਇਹਦੀਆਂ ਸਾਰੀਆਂ ਚੀਜ਼ਾਂ ਮਲੂਨ ਨੇ ਸਵਾਏ ਇਸ ਚੀਜ਼ ਦੇ ਜਿਹੜੀ ਅੱਲਾ ਵਾਸਤੇ ਕੀਤੀ ਜਾਏ। ਔਰ ਇੱਕ ਦਫਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅਗਰ ਦੁਨੀਆ ਦੀ ਕੀਮਤ ਅੱਲਾ ਦੇ ਨਜ਼ਦੀਕ ਇੱਕ ਮੱਛਰ ਦੇ ਪਰ ਦੀ ਬਰਾਬਰ ਵੀ ਹੁੰਦੀ ਨਾ ਤੇ ਕਿਸੇ ਕਾਫਰ ਨੂੰ ਮੇਰਾ ਰੱਬ ਪਾਣੀ ਵੀ ਨਾ ਦਿੰਦਾ। ਇਹ ਏਡੀ ਬੇਵਕਤ ਦੁਨੀਆ ਅੱਲਾ ਦੇ ਨਜ਼ਦੀਕ ਮੱਛਰ ਦੇ ਪਰ ਤੋਂ ਵੀ ਘੱਟ ਅਹਿਮੀਅਤ ਰੱਖਦੀ ਹੈ ਕਿ ਇੱਥੇ ਕਾਫਰਾਂ ਦੇ ਵੀ ਬੰਗਲੇ ਤੇ ਗੱਡੀਆਂ ਤੇ ਮਹਿਲ ਤੇ ਮੀਨਾਰੇ ਤੇ ਅਸੀਂ ਸਮਝਦੇ ਹਾਂ ਕਿ ਆਏ ਕਿੱਡੇ ਖੁਸ਼ਕਿਸਮਤ ਹੈ। ਖੁਸ਼ਕਿਸਮਤ ਨਹੀਂ, ਇਸ ਦੁਨੀਆ ਦੀ ਵੈਲਿਊ ਕੀਮਤ ਹੀ ਕੋਈ ਨਹੀਂ। ਇਸ ਗੱਲੇ ਹਰ ਐਰੇ ਗੈਰੇ ਨੱਤੂ ਖੈਰੇ ਕੋਲੇ ਦੁਨੀਆ। ਗੁਰਬਤ ਤੇ ਨਬੀ ਦੇ ਘਰਾਣੇ ਦਾ ਖਾਸਾ ਹੈ। ਇਹ ਖਾਸ ਲੋਕਾਂ ਦੀ ਹੈ ਗੁਰਬਤ। ਅਗਰ ਕਿਸੇ ਤੇ ਕੋਈ ਮਾਲੀ ਤੰਗੀ ਆਈ ਹੈ ਤਾਂ ਆਪਣੇ ਆਪ ਨੂੰ ਖਾਸ ਦੇ ਤਬਕੇ 'ਚ ਸਮਝੇ ਕਿ ਨਬੀ ਦੇ ਕੁਰਾਨੇ ਦੇ ਹਾਲਾਤ ਉਹਦੇ ਤੇ ਆਏ ਨੇ ਔਰ ਉਹਦੇ ਤੇ ਸਬਰ ਕਰੇ, ਸ਼ਿਕਾਇਤਾਂ ਨਾ ਕਰੇ। ਕਿਉਂਕਿ ਸਾਡੇ ਸੋਹਣੇ ਨਬੀ ਨੇ ਫਰਮਾਇਆ ਹੈ ਕਿ ਦੁਨੀਆ ਦੇ ਖਜ਼ਾਨਿਆਂ ਦੀਆਂ ਕੁੰਜੀਆਂ ਮੈਨੂੰ ਦਿੱਤੀਆਂ ਗਈਆਂ ਔਰ ਅੱਲਾਹ ਪਾਕ ਨੇ ਫਰਮਾਇਆ ਕਿ ਇਹਨੂੰ ਕਬੂਲ ਕਰਨਾ ਹੈ ਤਾਂ ਕਰ ਲਓ, ਲੇਕਿਨ ਇਹ ਮੱਛਰ ਦੇ ਪਰ ਦੇ ਬਰਾਬਰ ਹੈ। ਤੇ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਗੁਰਬਤ ਕਬੂਲ ਕੀਤੀ, ਪੇਟ ਤੇ ਪੱਥਰ ਬੰਦੇ ਔਰ ਦੁਨੀਆ ਦੇ ਖਜ਼ਾਨੇ ਨਹੀਂ ਲਏ ਕਿਉਂਕਿ ਉਹਦੀ ਕੋਈ ਅਹਿਮੀਅਤ ਨਹੀਂ। ਔਰ ਜਿਹਨੂੰ ਦੁਨੀਆ 'ਚ ਫਰਾਗੀ ਮਿਲ ਜਾਂਦੀ ਹੈ ਨਾ ਬਾਜ਼ ਔਕਾਤ ਨਡਰ ਹੋ ਜਾਂਦਾ ਹੈ ਔਰ ਫਿਰ ਆਖਰਤ ਉਹਦੀ ਖੋ ਜਾਂਦੀ ਹੈ, ਖੁਦਾ ਨ ਖਾਸਤਾ। ਔਰ ਹਜ਼ਰਤ ਮਾਲਿਕ ਬਿਨ ਦਿਨਾਰ ਰਹਿਮਤੁल्लाह अलैह फरमाते ने कि जादूगरनी तो बचो, ये दुनिया जादूगरनी है, ਤੁਹਾਡੇ ਤੇ ਡੋਰੇ ਪਾ ਲੈਂਦੀ ਏ, ਇਹਦੇ ਤੋਂ ਬਚਣਾ ਹੈ। ਦੁਨੀਆ ਦੇ ਪਿੱਛੇ ਨਹੀਂ ਪੈਣਾ, ਕੋਸ਼ਿਸ਼ ਕਰਨੀ ਹੈ। ਜੋ ਅੱਲਾਹ ਪਾਕ ਨੇ ਦਿੱਤੇ ਹੈ ਉਹਦੇ 'ਚ ਸਬਰ ਔਰ ਸ਼ੁਕਰ ਕਰਨਾ ਹੈ। ਔਰ ਜੋ ਨਹੀਂ ਦਿੱਤਾ ਉਹਦੇ ਸਾਡੇ ਮੁਕੱਦਰ 'ਚ ਨਹੀਂ ਨਾ ਆਇਆ। ਅਗਰ ਮੁਕੱਦਰ 'ਚ ਹੁੰਦਾ ਤਾਂ ਸਾਨੂੰ ਅੱਲਾਹ ਪਾਕ ਦੇ ਕੇ ਰੱਖਦੇ ਨਾ। ਤੇ ਲਿਹਾਜ਼ਾ ਜਿਹੜੇ ਸਾਡੇ ਤੋਂ ਪਿੱਛੇ ਨੇ, ਸਾਡੇ ਤੋਂ ਥੱਲੇ ਨੇ, ਥੋੜੀ ਦੁਨੀਆ ਦੀਆਂ ਚੀਜ਼ਾਂ ਉਹਨਾਂ ਕੋਲ ਘੱਟ ਨੇ, ਉਹਨਾਂ ਦੀ ਮਦਦ ਕਰਨੀ ਹੈ। ਉਹਨਾਂ ਨੂੰ ਉਂਗਲੀ ਫੜ ਕੇ ਉੱਤੇ ਕਰਨਾ ਹੈ। ਉਹਨਾਂ ਨੂੰ ਕੁਚਲ ਨਹੀਂ ਦੇਣਾ ਕਿ ਇਹ ਜਿਹੜਾ ਮਾਲ ਸਾਨੂੰ ਲੱਭਿਆ ਸਿਰਫ ਸਾਡਾ ਹੀ ਹੈ, ਅਸੀਂ ਕਹੀਏ ਕਿ ਇਹ ਉਹਨਾਂ ਦਾ ਕੋਈ ਹਿੱਸਾ ਨਹੀਂ। ਐਸਾ ਨਹੀਂ, ਬਲਕਿ ਇਹ ਉਹਨਾਂ ਦਾ ਹਿੱਸਾ ਸਾਡੇ ਘਰ 'ਚ ਰੱਖ ਲਿਆ ਗਿਆ। ਔਰ ਅਗਰ ਮੁਸ਼ਕਲ ਆਈ ਹੈ ਤਾਂ ਤੁਸੀਂ ਗਨੀ ਕਿੰਜ ਹੋ ਸਕਦੇ ਹੋ, ਅਮੀਰ ਕਿੰਜ ਹੋ ਸਕਦੇ ਹੋ। ਇੱਕ ਹਦੀਸ ਮੁਬਾਰਕਾ 'ਚ ਜਿਸਨੇ ਕੁਰਾਨ ਪੜ੍ਹ ਲਿਆ ਉਹ ਗਨੀ ਹੋ ਗਿਆ।
कुरान जिहड़ा इहदे च गिना है। और एक जगह नबी करीम सल्लल्लाहु अलैहि वसल्लम ने फरमाया है, जिस आदमी ने अपने घर वालियां नूं सुबह अख खोली ते देखिया अमन नाल ने, ओहदा बदन भी सेहतमंद है, उस दिन दा ओहदे कोल खाना भी है, तो समझे उन्हें पूरी कायनात मिल गई है। खुदा न खास्ता अगर सुबह उठिए तो फालज नाल कोई जिसम का हिस्सा खुदा न खास्ता गया होवे, या खुदा न खास्ता कोई बच्चा किसी हादसे का शिकार हो गया होवे, तो ਇਹਦਾ मतलब कि है कि अगर सुबह असी जागे हाँ, साढ़े घर च अमन सकून है, असी सेहतमंद हाँ, एक दिन का खाना मौजूद है, तो असी दुनिया के खुशकिस्मत तरीन शख्स हाँ। क्योंकि नबी करीम सल्लल्लाहु अलैहि वसल्लम ने फरमाया, फिर समझो सारी दुनिया सिमट के तुहाडे कोल आ गई है। कि जदों रोजी मिल जाए, सेहत मिल जाए, अमन मिल जाए, तो फिर गम किस गल का? फिर तो शुक्र करना है ना। देखो तो सही, ਜਿਹੜੇ लोग बीमार ने अस्पतालों के धक्के खा खा के, टैसट करा करा के उन्होंने बेचारियों का ਕੀ हाल हो गया। और अब तुसी उन्होंने लोगों को देखो ਜਿਹੜੇ जेलों च ने, इन्नी निक्कियां निक्कियां जेलों च बेचारे फर्श के उत्ते भुखे प्यासे। असीं अपने घर च हाँ, कैदियां के बारे सोचो, उन्होंने वास्ते दुआ करया करो कि अल्लाह करीम उन्होंने वास्ते कैद दियां मुसीबतां मुश्किलों नूं आसान कर देण, उन्होंने वास्ते आसानियां पैदा कर देण। अल्लाह पाक ने सानू सही सालम रखिया, उहदे ते असीं सबर भी करना है अगर मुश्किल है, और शुक्र भी करना है। और अगर सानू ये पता चल जाए कि शुक्र करने नाल साड़ियां नेमतां किन्नियां वधण दियां, असीं हैरान हो जाइए। हज़रत उमर बिन खताब फरमांदे ने कि अल्लाह ताला ने मैनू जिस मुसीबत च मुबतला कीता है, ਉਹਦੇ ਤੇ ਜਿਹੜੀ भी मुसीबत मेरे ते जिंदगी च आई है, मैनू ਉਹਦੇ हर मुसीबत ते 4 नेमतां मिलियां ने। पहली मुसीबत है कि शुक्र है वो मुसीबत दुनिया ते आई है, दीन ते नहीं आई, किधरे मेरा ईमान नहीं छुट गया, नमाज नहीं छुट गई, दुनिया की मुसीबत आई है, शुक्र है दीन ते नहीं आई है, उसकी नेमत है। और दूसरा ये कि उस मुश्किल च मैं अल्लाह का शुक्रगुजार रहा, किधरे मैं उस वक्त कोई नाशुक्री नहीं कर दी, रजा च राजी रहा, ये नेमत मैनू मिली है। और तीसरा ये कि मैनू ओहदे ते अजर की उम्मीद है कि अगर मेरे ते गुरबत, कोई परेशानी, कोई बीमारी आई है, तो मैनू ओहदे ते अजर मिलेगा। यानी बंदे अगर ये सोच ले तो ओहदे ते कितना सुखी हो जाता, कोई मुश्किल ही नहीं लगेगी, मेरे दर्जात बुलंद हो रहे हैं, मेरा दीन महफूज है, मैं ओहदी रजा च राजी हाँ, मैनू ओहदे ते अजर मिलेगा। एक आदमी ने ना सुहेल बिन अब्दुल्ला रज़ी अल्लाह तआला अन्हु कहा कि चोर मेरे घर च दाखिल होया, मेरा समान लै गया, तो उन्होंने अल्लाह का शुक्र अदा किया कि शुक्र है कि समान लैके गया, किधरे मेरा ईमान नहीं लैके गया। अगर मेरा ईमान लै जांदा तो मैं क्या करदा, समान तो फिर आ जाएगा, ईमान पता नहीं फिर मिलता या ना मिलता। और एक और हदीस है कि मुसलमान नूं जिहड़ी भी मुसीबत पहुंचती है, ਉਹਦੇ गुनाहां दा कफारा हुंदी है। अगर कोई जख्म लगता है, कोई कंडा चुभदा है, तो ਉਹਦੇ गुनाह झड़दे ने। देखो असी कहने सानू बुखार होया है, मन्नू ही क्यों होए है, किन्ने गुनाह झड़े ने, ठीक है ना। तो आखिर ते सानू पता लगेगा कि ये साड़ियां नेकियां दे पहाड़ जदों आवन दे, तो पता चलेगा कि ਉਹ दुआवां सन ਜਿਹੜੀਆਂ ਸਾਡੀਆਂ दुनिया ते कबूल ना होईयां। आज जो नेकियां दे पहाड़ां दी सूरत साडे कोल आ रही ने, उस वक्त बंदा चाहेदा हदीसे मुबारका च कि काश दुनिया ते मेरी एक भी दुआ कबूल ना होंदी, ते अज ਉਹ ਮੈਨੂੰ एडे नेकियां दे पहाड़ ਮੈਨੂੰ मिलदे। एक और हदीस च कि एक आदमी ने कहा कि ऐ अल्लाह दे नबी, केड़ी दुआ अफजल है, केड़ी बेहतरीन दुआ है। तो आप सल्लल्लाहु अलैहि वसल्लम ने फरमाया, अल्लाह कोलों दुनिया और आखरत दी माफ़ी और तंदुरुस्ती मंगया करो। और फिर दूजे दिन आया और उन्हें आके कहा कि अल्लाह दे रसूल सल्लल्लाहु अलैहि वसल्लम केड़ी दुआ अफजल है। फिर वही सवाल किया तो आपने फरमाया, अल्लाह कोलों दुनिया और आखरत च माफ़ी और तंदुरुस्ती मंगया करो। वही जवाब आपने दिता। फिर वो तीसरे दिन आया तो आपने फरमाया, अल्लाह को दुनिया और आखरत च माफ़ी और तंदुरुस्ती मंगया करो। गोया तीनों दिन आपने क्या यही दुआ मंगया करो। तो केड़ी बेहतरीन दुआ सानू मंगनी चाहिए, अल्लाह करीम दुनिया और आखरत च सानू माफ़ फरमायो और सानू सेहत तंदुरुस्ती दिओ। जिन्होंने सेहत दे दी गई, पुछो जिहड़े अस्पतालों च लेटे ने उन्हां दा की हाल हो रहा है, माल भी लग रहा है, जान भी लग रही है, ना नमाज सही तरह, ना क्याम, ना तहारत, कुछ नहीं मिल रहा। तो अल्लाह पाक को हमेशा हमेशा माफ़ी और शुक्र, ताकि अल्लाह करीम साड़ियां नेमतां नूं वधाए। और अगर कोई मुश्किल आ जाती है तो ਉਹਦੇ ते फिर शुक्र करना है।
ਉਹਦੇ ਤੇ ਇਹ ਨਹੀਂ ਫਿਰ ਕਹਿਣਾ ਕਿ ਨਾਸ਼ੁਕਰੀ ਨਹੀਂ ਕਰਨੀ ਕਿ ਸਾਡੇ ਤੇ ਹੀ ਇਹ ਬਿਮਾਰੀ ਕਿਉਂ ਆਈ ਹੈ, ਸਾਡੇ ਤੇ ਹੀ ਮੁਸ਼ਕਲ ਕਿਉਂ ਆਈ ਹੈ। ਕਿਉਂਕਿ ਜਿਹੜਾ ਔਰ ਅਗਰ ਕਿਸੇ ਬੰਦੇ ਨੇ ਤੁਹਾਡੇ ਤੇ ਅਹਿਸਾਨ ਕੀਤਾ ਤੇ ਉਹਦਾ ਵੀ ਸ਼ੁਕਰ ਅਦਾ ਕਰੋ, ਕਿਉਂਕਿ ਜਿਹੜਾ ਬੰਦਿਆਂ ਦਾ ਸ਼ੁਕਰ ਕਰਨਾ ਜਿਹਨੂੰ ਨਹੀਂ ਆਉਂਦਾ, ਜਿਹਨੂੰ ਬੰਦਿਆਂ ਦਾ ਸ਼ੁਕਰ ਅਦਾ ਕਰਨਾ ਨਹੀਂ ਆਉਂਦਾ, ਉਹਨੂੰ ਅੱਲਾ ਦਾ ਸ਼ੁਕਰ ਅਦਾ ਕਰਨਾ ਵੀ ਨਹੀਂ ਆਉਂਦਾ। ਅਗਰ ਕਿਸੇ ਨੇ ਕੋਈ ਅਹਿਸਾਨ ਕੀਤਾ ਹੈ ਤੇ ਉਹਦਾ ਸ਼ੁਕਰ ਅਦਾ ਕਰੋ, ਤੁਹਾਡੀ ਮਿਹਰਬਾਨੀ ਤੁਸੀਂ ਇੰਜ ਕੀਤਾ। ਕਈ ਲੋਕ ਕਹਿੰਦੇ ਨਹੀਂ ਅਸੀਂ ਕਿਉਂ ਸ਼ੁਕਰੀਆ ਅਦਾ ਕਰੀਏ, ਅਸੀਂ ਵੀ ਉਹਦੇ ਕੰਮ ਆਏ। ਨਹੀਂ 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 ਨਹੀਂ, ਸ਼ੁਕਰ ਅਦਾ ਕਰਨਾ ਸਿੱਖਣਾ ਹੈ, ਸ਼ੁਕਰ ਅਦਾ ਕਰਨਾ ਸਿੱਖਣਾ ਹੈ। ਅਗਰ ਤੁਹਾਨੂੰ ਸ਼ੁਕਰ ਨਹੀਂ ਆਏਗਾ ਤੇ ਫਿਰ ਤੁਸੀਂ ਨਾ ਉਮੀਦ ਹੋ ਜਾਓਗੇ, ਨੇਮਤਾਂ ਮੁੱਕ ਜਾਣਗੀਆਂ। ਤੇ ਉਮੀਦ ਅੱਲਾਹ ਪਾਕ ਕੋਲ ਉਮੀਦ ਰੱਖਣੀ ਹੈ ਕਿ ਅੱਲਾਹ ਕਰੀਮ ਇਨਸ਼ਾ ਅੱਲਾਹ ਸਾਡੇ ਵਾਸਤੇ ਅੱਛਾ ਹੀ ਕਰਨ ਦੇ। ਕੋਈ ਵੀ ਮੁਸ਼ਕਿਲ ਆਈ ਹੈ ਉਮੀਦ ਨਹੀਂ ਛੱਡਣੀ, ਔਰ ਜਿਸ ਤਰ੍ਹਾਂ ਦੀ ਅਸੀਂ ਅੱਲਾਹ ਪਾਕ ਕੋਲੋਂ ਉਮੀਦ ਰੱਖਾਂਗੇ ਅੱਲਾਹ ਪਾਕ ਸਾਡੇ ਨਾਲ ਉਂਝ ਦਾ ਹੀ ਮਾਮਲਾ ਕਰਨ ਦੇ। ਅਗਰ ਇਸ ਕਹਾਂਗੇ ਨਾ ਕਿ ਅੱਲਾਹ ਪਾਕ ਸਾਡੇ ਕੋਲ ਤਕਲੀਫ ਹਟਾ ਲੈਣ ਦੇ, ਇਨਸ਼ਾਅੱਲਾ ਅੱਛਾ ਵਕਤ ਆ ਜਾਏਗਾ ਤੇ ਮੇਰਾ ਸੋਹਣਾ ਰੱਬ ਇਨਸ਼ਾਅੱਲਾ ਅੱਛਾ ਵਕਤ ਲੈਵੇਗਾ। ਕਈ ਲੋਕ ਕਹਿੰਦੇ ਨੇ ਨਹੀਂ ਸਾਡਾ ਤੇ ਮੁਸ਼ਕਿਲ ਨਹੀਂ ਮੁੱਕਣੇ ਵਾਲੀ, ਇਹ ਤੇ ਨਹੀਂ ਜਾਣੇ ਵਾਲੀ, ਇਹ ਤੇ ਸਾਨੂੰ ਲੈ ਕੇ ਹੀ ਜਾਏਗੀ। ਤੇ ਉਹ ਫਿਰ ਉਂਝ ਹੀ ਹੋ ਜਾਂਦਾ, ਕਿਉਂਕਿ ਅੱਲਾਹ ਪਾਕ ਕਹਿੰਦੇ ਨੇ ਕਿ ਮੇਰੇ ਕੋਲੋਂ ਉਮੀਦ ਹੀ ਨਹੀਂ ਇਹਨੂੰ ਹੈ ਵੀ, ਤੇ ਠੀਕ ਹੈ ਫਿਰ ਇਹ ਜਾਣਾ ਚਾਹੁੰਦਾ ਤੇ ਫਿਰ ਆ ਜਾਏ। ਤੇ ਲਿਹਾਜ਼ਾ ਇੰਝ ਕਦੇ ਨਹੀਂ ਕਹਿਣਾ। ਔਰ ਬਾਅਦ ਲੋਕ ਕਹਿੰਦੇ ਨੇ ਕਿ ਸਾਡੇ ਬੱਚੇ ਜਿਹੜੇ ਨੇ ਉਹ ਸਾਨੂੰ ਬਹੁਤ ਜ਼ਿਆਦਾ ਨਾਫਰਮਾਨੀਆਂ ਕਰ ਰਹੇ ਨੇ, ਉਹਨਾਂ ਦੇ ਰਿਸ਼ਤਿਆਂ ਦੇ ਮਸਲੇ ਨੇ, ਔਲਾਦ ਨੂੰ ਕਿੰਝ ਸਹੀ ਰਾਹ ਤੇ ਚਲਾਈਏ। ਪਹਿਲੀ ਗੱਲ ਤੇ ਇਹ ਕਿ ਔਲਾਦ ਦੀ ਤਰਫੋਂ ਇਸਤਗਫਾਰ ਕਰਿਆ ਕਰੋ, ਤੋਬਾ ਮੰਗਿਆ ਕਰੋ ਅੱਲਾਹ ਪਾਕ ਨੂੰ। ਬਾਅਦ ਘਾਤ ਇਹ ਹੁੰਦਾ ਕਿ ਸਾਡੇ ਕੋਈ ਗੁਨਾਹ ਸਾਡੀ ਔਲਾਦ ਦੀ ਰਾਹ 'ਚ ਰੁਕਾਵਟ ਬਣ ਜਾਂਦੇ ਨੇ। ਬਾਅਦ ਘਾਤ ਨਾ ਵੱਡਿਆਂ ਨੇ ਕੋਈ ਗਲਤੀਆਂ ਕਰ ਦਿੱਤੀਆਂ ਹੁੰਦੀਆਂ ਨੇ ਬਸ਼ਰੀ ਤਕਾਜ਼ਿਆਂ ਦੇ ਤਹਿਤ, ਔਰ ਫਿਰ ਉਹ ਨਸਲਾਂ ਦੀ ਰਾਹ 'ਚ ਆ ਜਾਂਦੀਆਂ ਨੇ। ਲਿਹਾਜ਼ਾ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਜਦੋਂ ਵੀ ਤੋਬਾ ਮੰਗਣੀ ਹੈ, ਜਦੋਂ ਵੀ ਇਸਤਗਫਾਰ ਕਰਨੀ ਹੈ, ਔਲਾਦ ਦੀ ਤਰਫੋਂ ਇਸਤਗਫਾਰ ਜ਼ਰੂਰ ਕਰਨੀ ਹੈ, ਔਲਾਦ ਦੀ ਤਰਫੋਂ ਇਸਤਗਫਾਰ ਜ਼ਰੂਰ ਕਰਨੀ ਹੈ, ਤੋਬਾ ਜ਼ਰੂਰ ਮੰਗਣੀ ਹੈ। ਕਿਉਂਕਿ ਔਲਾਦ ਅੱਲਾਹ ਕਰੀਮ ਮੈਂ ਇਹਨਾਂ ਦੀ ਤਰਫੋਂ ਵੀ ਤੋਬਾ ਮੰਗਣੀ, ਹੋਰ ਇਹਨਾਂ ਨੂੰ ਸਹੀ ਤੋਬਾ ਕਰਨੀ ਆਈ ਹੈ ਕਿ ਨਹੀਂ, ਹੋਰ ਇਹ ਨਾ ਕਰ ਸਕਣ ਮੈਂ ਮੰਗਣੀ ਆ। ਬੱਚਿਆਂ ਦੀ ਤਰਫੋਂ, ਨਸਲਾਂ ਦੀ ਤਰਫੋਂ ਤੋਬਾ ਕਰਿਆ ਕਰੋ, ਆਪਣੇ ਵੱਡਿਆਂ ਦੀ ਤਰਫੋਂ ਵੀ ਕਰਿਆ ਕਰੋ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ। ਔਲਾਦ ਇਨਸ਼ਾਅੱਲਾ ਨੇਕ ਬਣ ਜਾਏਗੀ। ਔਰ ਸਦਕਾ ਕਰਿਆ ਕਰੋ, ਔਲਾਦ ਦੀ ਤਰਫੋਂ ਸਦਕਾ ਪਾਇਆ ਕਰੋ, ਬੱਚਿਆਂ ਨੂੰ ਕਵਿਆ ਕਰੋ ਸਦਕੇ ਦੇ ਡੱਬੇ 'ਚ ਪੈਸੇ ਪਾਉਣ, ਗਰੀਬਾਂ ਨੂੰ ਦੇਣ। ਔਰ ਅਗਰ ਖੁਦਾ ਨਾ ਖਾਸਤਾ ਅਫੋਰਡ ਨਹੀਂ ਕਰ ਸਕਦੇ, ਮਾਲੀ ਹਾਲਾਤ ਅੱਛੇ ਨਹੀਂ, ਥੋੜ੍ਹਾ ਜਿਹਾ ਦਾਣਾ ਪਾਣੀ ਚਿੜੀਆਂ ਨੂੰ ਘਰ 'ਚ ਪਾ ਦਿਆ ਕਰੋ, ਉਹ ਵੀ ਇੱਕ ਸਦਕਾ ਹੈ ਨਾ। ਜਾਨਵਰ ਦੁਆ ਦਿੰਦੇ ਨੇ, ਠੀਕ ਹੈ ਨਾ। ਔਰ ਅੱਲਾਹ ਪਾਕ ਨੂੰ ਮੰਗਿਆ ਕਰੋ, ਬੱਚਿਆਂ ਵਾਸਤੇ ਰੱਜ ਕੇ ਦੁਆ ਮੰਗਿਆ ਕਰੋ ਕਿ ਅੱਲਾਹ ਕਰੀਮ ਇਹਨਾਂ ਨੂੰ ਈਮਾਨ ਔਰ ਮੁਹੰਮਦੀ ਸੱਲੱਲਾਹੁ ਅਲੈਹਿ ਵਸੱਲਮ ਰਾਹਾਂ ਦਿਖਾਓ, ਸਿੱਧੀਆਂ ਰਾਹਾਂ ਦਿਖਾਓ। ਔਰ ਸੂਰਤ ਫੁਰਕਾਨ ਦੀ ਆਇਤ ਨਾ, ਰੱਬਨਾ ਹਬ ਲਨਾ ਮਿਨ ਅਜ਼ਵਾਜਿਨਾ व ज़ुर्रिय्यातिना कुर्रता अयुन, ਇਹ ਵਾਲੀ ਆਇਤ ਜਿਹੜੀ ਹੈ ਨਾ ਆਪਣੇ ਬੱਚਿਆਂ ਵਾਸਤੇ, ਸੂਰਤ ਫੁਰਕਾਨ ਦੀ ਆਇਤ ਨੰਬਰ 74 74, ਇਹ ਜਿਹੜੀ ਬੱਚਿਆਂ ਵਾਸਤੇ ਪੜ੍ਹਿਆ ਕਰੋ। ਔਰ ਕੋਸ਼ਿਸ਼ ਕਰੋ ਕਿ ਰੋਜ਼ 2 ਹਾਜਤ ਦੇ ਨਫਲ ਬੱਚਿਆਂ ਵਾਸਤੇ ਪੜ੍ਹ ਲਿਆ ਕਰੋ। ਬੱਚਿਆਂ ਵਾਸਤੇ ਪੂਰੀ ਜ਼ਿੰਦਗੀ ਮਾਂ ਬਾਪ ਹਾਜਤ ਦੇ 2 ਨਫਲ ਰੋਜ਼ ਜ਼ਰੂਰ ਪੜ੍ਹਨ ਕਿ ਅੱਲਾਹ ਕਰੀਮ ਇਹਨਾਂ ਨੂੰ ਨੇਕ ਕੱਢਿਓ, ਨੇਕ ਬਣਾਇਓ, ਸਿੱਧੇ ਰਾਹ ਤੇ ਚਲਾਇਓ। ਔਰ ਅਗਰ ਉਹਨਾਂ ਦੇ 4 ਸਜਦਿਆਂ 'ਚ 2 ਨਫਲਾਂ ਦੇ 4 ਸਜਦਿਆਂ 'ਚ ਤੁਸੀਂ ਆਇਤ ਕਰੀਮਾ 40 ਵਾਰ ਪੜ੍ਹ ਲਓ ਤੇ ਉਹ ਨਫਲ ਤੇ ਫਿਰ ਤੁਹਾਡੀ ਹਰ ਦੁਆ ਦੀ ਕਬੂਲੀਅਤ ਵਾਸਤੇ ਕਾਫੀ ਹੋ ਜਾਣਦੇ। ਯਾਨੀ ਸਿੰਪਲ ਨਫਲ ਤੁਸੀਂ ਨੀਅਤ ਕਰਨੇ ਨੇ ਔਰ ਹਰ ਸਜਦੇ ਵਿੱਚ 40 ਵਾਰ ਆਇਤ ਕਰੀਮਾ ਸੁਭਾਨਾ ਰੱਬੀ ਅਲ ਆਲਾ ਪੜ੍ਹ ਕੇ ਨਾ 3 ਦਫਾ ਤੇ 40 ਵਾਰ ਆਇਤ ਕਰੀਮਾ ਲਾ ਇਲਾਹਾ ਇल्ला ਅੰਤ ਸੁਬਹਾਨਕ ਇੰਨੀ ਕੁੰਤੁ ਮਿਨਜ਼ ਜ਼ਾਲਿਮੀਨ ਪੜ੍ਹ ਲਿਆ ਕਰੋ, 2 ਨਫਲ, ਠੀਕ ਹੈ ਨਾ। ਇਹ ਰੋਜ਼ ਆਪਣੇ ਬੱਚਿਆਂ ਦੀ ਤਰਫੋਂ ਪੜੋ। ਔਰ ਸੂਰਤ ਫਾਤਿਹਾ 'ਚ ਨਾ ਇਹਦੇ ਸਿਰਾਤਲ ਮੁਸਤਕੀਮ, ਠੀਕ ਹੈ ਨਾ, ਸੀਧੇ ਰਾਸਤੇ पे अल्लाह में चला, ਇਹ ਤੁਸੀਂ ਬੱਚਿਆਂ ਵਾਸਤੇ ਇੱਕ ਤਸਬੀਹ ਕਰ ਲਿਆ ਕਰੋ 313 ਵਾਰ। ਇਹਦੇ ਸਿਰਾਤਲ ਮੁਸਤਕੀਮ, ਇਹਦੇ ਸਿਰਾਤਲ ਮੁਸਤਕੀਮ, ਇਹਦੇ ਸਿਰਾਤਲ ਮੁਸਤਕੀਮ, ਇਹ ਬਹੁਤ ਜ਼ਰੂਰੀ ਹੈ। ਬਾਅਦ ਵਕਤ ਬੱਚੇ ਨਾ ਕਿਸੇ ਇਲਤ 'ਚ ਪੈ ਜਾਂਦੇ ਨੇ, ਕੋਈ ਨਸ਼ੇ 'ਚ, ਬੁਰਿਆਂ ਦੋਸਤਾਂ 'ਚ। ਔਰ ਨਸ਼ਾ ਇਹ ਨਹੀਂ ਕਿ ਕੋਈ ਸੂਟੇ ਵਗੈਰਾ ਲਾਉਂਦੇ ਨੇ, ਨਸ਼ਾ ਇਹ ਵੀ ਹੈ ਨਾ ਕਿ ਸੈੱਲਫੋਨ ਦਾ ਨਸ਼ਾ, ਟੀਵੀ ਦਾ ਨਸ਼ਾ, ਗੱਡੀਆਂ ਦਾ ਨਸ਼ਾ, ਸਕੂਟਰ ਦਾ, ਮੋਟਰਸਾਈਕਲਾਂ ਦਾ, ਕੁੜੀਆਂ ਦਾ। ਤੋ ਲਿਹਾਜ਼ਾ ਕੀ ਕਰਨਾ, ਕੋਈ ਬੁਰਾ ਇਸ਼ਕ, ਤੇ ਉਹਨਾਂ ਸਾਰਿਆਂ ਤੋਂ ਬਚਾਉਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਅੱਲਾਹ ਪਾਕ ਦਾ ਇੱਕ ਨਾਂ ਹੈ ਯਾ ਅੱਲਾਹ ਯਾ ਮਾਨਿਓ, ਮਨਾ ਕਰਨੇ ਵਾਲਾ, ਤਬਾਹੀ ਦੇ ਅਸਰਾਤ ਨੂੰ ਰੋਕਣੇ ਵਾਲਾ। ਅੱਲਾਹ ਦਾ ਨਾਂ ਹੈ ਮਾਨਿਓ, ਯਾ ਅੱਲਾਹ ਯਾ ਮਾਨਿਓ। ਇਹ ਇੱਕ ਤਸਬੀਹ ਹਰ ਨਮਾਜ਼ ਤੋਂ ਬਾਅਦ ਆਪਣੀਆਂ ਨਸਲਾਂ, ਆਪਣੀਆਂ ਬੱਚਿਆਂ ਵਾਸਤੇ ਜ਼ਰੂਰ ਪੜਿਆ ਕਰੋ। ਔਰ
इंशाअल्लाह इंशाअल्लाह अल्लाह पाक उन्होंने सीधे राह ते ही चलान दे। कदे कदे हुंदा राह भुल जांदे ने, लेकिन माँ बाप दियां दुआवां इंशाअल्लाह दोबारा उन्होंने सीधियां रावां ते लै आंदियां ने, उन्हां कोल दरगुजर फरमांदियां ने। अल्लाह पाक तुहाड़ी हाज़री नूं कबूल फरमान, तुहाडे बहणे नूं कबूल फरमान, तुहाडे तो राज़ी हो जान और तुहाड़ियां दुआवां कबूल फरमान। कोई ऐसा तुहाडा कम्म अड़ गया होवे जेह्ड़ा ना होंदा होवे और तुसीं कहो कि कोई ऐसी चीज़ मैं दस्सां जिहदे नाल अल्लाह पाक रावां खोल देण, ते ओह यही है कि 8 दफ़ा दरूद शरीफ पढ़ के ना 8 वारी ते 8 तस्वीयां बिस्मिल्लाहिर्रहमानिर्रहीम दियां पढ़ लिया करो, फिर 8 वारी दरूद शरीफ पढ़ लिया करो। यानी 8 वारी दरूद शरीफ पढ़िया, फिर 8 तस्वीयां 800 वारी बिस्मिल्लाहिर्रहमानिर्रहीम पढ़िया, फिर आखिर ते 8 वारी दरूद शरीफ पढ़ लो और दुआ कर लो अल्लाह करीम इंशाअल्लाह ओदी रहमत और इस इसम दे सदके इंशाअल्लाह अल्लाह पाक माफ़ भी फरमान दे, राह भी खोलन दे, राज़ी भी हो जान दे। हुण दुआ मंग लैने आ, अल्लाह पाक जो तुहाडे मन दी मुराद है उन्हें पूरा फरमान, तुहाडे तो राज़ी हो जान और उस पूरी उम्मत तो राज़ी हो जान। और जिस किसी दी जो मुश्किल अड़िया कम है ए मेरे करीम मालिक उन्हें आसानी नाल कर दो और जिंदगी दियां रावां खोल दो। अल्लाहुम्मा इन्नी अस्अलुका व तवज्जहु इलैका बिनबिय्यिना मुहम्मद सल्लल्लाहु अलैहि वसल्लम नबी रहमती या मुहम्मदिन इन्नी अतवज्जहु बिका इला रब्बिका अन तुक़ज़ा हाजाती। अल्लाहुम्मा इन्नका मलिकुम मुक़्तादिरुम मा तशाउ मिन अम्रिन यकून। ऐ मेरे करीम मालिक, है मेरे सोने आका, तेरी बंदियां तेरे सामने हाथ उठाए बैठी हैं। अल्लाह करीम तू बारी ताला है, तू परवरदिगार आलम है। अपनी रहमत को पूरी मखलूक मर्द औरत जिन्नों इनस पे अल्लाह करीम उंडेल दे। ऐ परवरदिगार आलम हम पे अपनी रहमतों को उंडेल। ऐ परवरदिगार आलम हम पे अपनी नेमतों रहमतों को तमाम फरमा। ऐ परवरदिगार आलम हमसे राज़ी हो जा। ऐ परवरदिगार आलम हमें जन्नत की राहों पे चला, दोज़ख की राहों से बचा, हमें साबर शाकर बंदा बना। अल्लाह करीम हमारी नमाजों में बाकायदगी पैदा फरमा, हमें 5 वक्ता नमाजी बना, हमें माफ़ फरमा, हमसे दरगुजर फरमा। हमारी ये दुआ हमारे बड़ों के लिए, हमारी क़यामत तक की नस्ल के लिए, पूरी उम्मत के जिन्नों इनस के लिए कबूल फरमा। अल्लाह करीम कब्र की तारीकी गहराई से बड़ा डर लगता है। अल्लाह सोने कब्र की कुशादगी और वुस्अत अता फरमाएँ। अल्लाह करीम दोज़ख से बचाएँ। अल्लाह करीम जन्नतुल फिरदौस का वासी बनाएँ, जहाँ तेरा दीदार मिले, मदीने वाले का, अम्बिया का साथ मिले। अल्लाह करीम जन्नतुल फिरदौस में हमारे लिए अल्लाह करीम अपनी शान के मुताबिक महलात बनाएं और अल्लाह करीम हमसे ऐसे अमाल कराएं कि हम उन महलात तक पहुँच सकें। अल्लाह करीम अपने इल्म में से इल्म अता फरमाएं, अपने हिल्म में से हिल्म अता फरमाएं, अपनी पहचान अता फरमाएं, खात्मा बिल खैर अता फरमाएं। अल्लाह करीम बहुत लोग दुआ के लिए कहते हैं, अल्लाह करीम हर एक के लिए हम दिलो जान से दुआ मांगते हैं। अल्लाह करीम हर शख्स की दीनी दुनियावी हाजत आफियत बरकत रहमत के साथ पूरी फरमाएं। हर एक के वक्त ईमान में बरकत, इल्म हिल्म में बरकत अता फरमाएं। अल्लाह करीम सबसे राज़ी हो जाएं और सबको तकदीर के फ़ैसलों पे राज़ी रहने वाला बनाएं। अल्लाह करीम हमें शुक्रगुजार बंदा बनाएं। अल्लाह करीम हमें शुक्रगुजार बंदा बनाएं। अल्लाह करीम हमें तौबा करने वालों में शामिल कर लें, हमें तवाबीन में शामिल करें। अल्लाह करीम हमारी नमाजों में 5 वक्ती अल्लाह करीम इस्तकामत अता फरमाएं, खुशू व खुजू। अल्लाह करीम ऐसी नमाज ऐसी इबादत अता फरमाएं जो तुझे पसंद हो। अल्लाह करीम हमें कुरान हिफ्ज़ करने वाला, कुरान याद करने वाला, कुरान समझने वाला और कुरान पे अमल करने वाला बनाएं। ऐ मेरे करीम मालिक, ऐ मेरे सोने आका, बहुत बच्चों के शादियों के मसाइल हैं। अल्लाह करीम हर बच्चे के लिए बेहतरीन रिश्ता मुकद्दर फरमाएं। इस काम को आसान और मसनून बनाने में वालिदैन की मदद फरमाएं। अल्लाह करीम हमारी बेटियों बेटों की इज़्ज़तों शर्म हया शर्म भरम आंचलों की हिफाजत फरमाएं। अल्लाह करीम जिनकी शादियाँ हुई हैं उन्हें तलाक़ों से, अल्लाह करीम खुदकुशियों डिप्रेशन से, लड़ाइयों से, अल्लाह करीम दंगे फसाद से बचा लें। अल्लाह करीम घरों को सुख चैन आफियत बरकत अता फरमाएं और अल्लाह करीम कोई गोद खाली ना रहे, हर गोद को बेहतरीन बरकत वाली औलादें अता फरमाएं। ऐ मेरे करीम मालिक, है मेरे सोने आका, जो बच्चे इस कायनात में हैं उन्हें नेकी
کی تلقین اللہ کریم صلاحیت اور صلاحیت عطا فرمائیں۔ اللہ کریم ان سے راضی ہو جائیں، ان کے ماں باپ کو ان کی صحیح تربیت کی توفیق عطا فرمائیں۔ اے میرے کریم مالک، اے میرے سونے آقا، بہت سے لوگ جادو جنات کا شکار ہیں، لا علاج بیماریوں کا شکار ہیں۔ اللہ کریم جادوگروں کو ہدایت دیں، اللہ کریم جادوگروں کو ہدایت دیں، ان کا کلمہ نہ چھینیں، اللہ کریم انہیں سیدھا راستہ دکھائیں۔ اور اللہ کریم جادو کروانے والوں کا کلمہ چھن جاتا ہے، اللہ کریم جادو سے امت کو بچائیں، تعویذوں گنڈوں سے بچائیں، دوسروں کو نقصان زیادتی سے بچائیں۔ اللہ کریم ہمیں امت کا درد عطا فرمائیں۔ اے میرے کریم مالک، ہمیں روزے رکھنے والا، ہمیں باوضو رہنے والا، ہمیں نمازیں پڑھنے والا، ہمیں قرآن یاد کرنے والا بنائیں، ہمارے اخلاق کو بہترین بنائیں۔ اللہ کریم ہمیں اپنے درس کا محتاج رکھیں، لوگوں کی مخلوق کی محتاجیوں سے بچائیں، دور دور سے بچائیں۔ اللہ کریم صرف اپنا محتاج رکھیں۔ اللہ کریم جو بے دار ہے اس کو در عطا فرمائیں، جو بے گھر ہے اس کو گھر عطا فرمائیں، جو بے آسرا ہے اسے اب بہترین آسرا عطا فرمائیں، جو بے اولاد ہے اس کی گود ہری بھری شاد آباد کریں، جن کے شادیاں نکاح نہیں ہوئی ان کے نکاحوں میں برکت ڈالیں۔ اللہ کریم جو طالب علم ہیں انہیں بہترین علم عطا فرمائیں، بہترین کامیابیاں عطا فرمائیں، روزگاروں کاروباروں میں برکتوں میں برکتیں عطا فرمائیں۔ اللہ کریم بچوں کی تجارتوں میں خیر برکت عافیت عطا فرمائیں، بے روزگاریوں سے اللہ کریم بچا لیں۔ اللہ کریم محتاجیوں سے بچا لیں، مخلوق کی محتاجیوں سے بچا لیں، ہمارے اعضاء کو سلامت رکھیں۔ اللہ کریم میں چلتا پھرتا رکھیں، چلتا پھرتا لے کے جائیں۔ اللہ کریم دوسروں کا محتاج نہ کرنا۔ اللہ کریم سارے مسافروں کی خیر کریں، سب پہ اپنی برکتیں رحمتیں فضل اور کرم نازل فرمائیں، سب سے راضی ہو جائیں۔ اللہ کریم پوری زندگی جن استادوں سے ہم نے کوئی بھی خیر کا بول سیکھا ہے، اللہ کریم ہمارے استادوں کی خیر، ان کی کلاسز لیکچرز کی خیر، ان کے چینلز کی خیر، ان کے لیے دعائیں مانگنے والوں کی خیر۔ اللہ کریم ہمارے لیے مانگنے والے ہاتھ سلامت رکھنا۔ اللہ کریم جو ہمارے لیے غائبانہ مانگے، اللہ کریم اس کی نسلوں کو بھر دینا، رنگ دینا، ہرا بھرا کر دینا، شاد آباد کر دینا، کسی محرومی سے بچا لینا۔ اے میرے کریم مالک، جن لوگوں نے قرآن یاد کیا ہے اللہ کریم اس میں برکت ڈالیں، اللہ کریم سے حفاظت سے رکھیں، اللہ کریم اس پہ اپنا فضل اور کرم کریں۔ اے میرے کریم مالک، ہے میرے سونے آقا، اللہ کریم ہمارے لیے مسجدیں، اپنے گھر حرم پاک کو کھولیں تاکہ لوگ تیرے لیے حج عمروں کے لیے جائیں، مساجد کھلیں۔ اللہ کریم ہمارے دیش کی خیر کرنا، اللہ کریم اس کی سرحدوں، ایٹمی نظام، اس کے حکمرانوں، وزیروں، مشیروں، فقیروں، گلیوں، بازاروں، کچہریوں، سب کی سرحدوں کی حفاظت فرمانا، فوج کی حفاظت فرمانا۔ اللہ کریم کسی سیلاب سے بچانا، کسی ناگہانی آفت سے بچانا، مہنگائی سے بچانا۔ اللہ کریم فضاؤں ہواؤں کو صاف ستھرا کر دیں۔ اللہ کریم اپنی رحمت نازل فرمائیں۔ اللہ کریم ہمارے پیارے دیش کی خیر، اللہ کریم ہمارے بہن بھائیوں، ان کے بچوں اولادوں نسلوں کی خیر، اللہ کریم ہمارے ماں باپ کی خیر، اللہ کریم ہمارے دوستوں کی خیر، اللہ کریم کل عالم کی خیر، اللہ کریم یمن، سیریا، ایران، عراق، بیروت، انڈیا کے مسلمان سب کی خیر، اللہ کریم ہمارے انسانی بھائی اور ایمانی بھائی سب کی خیر کریں۔ اللہ کریم اس وبا سے امت کو بچائیں، اللہ کریم جو اس میں مبتلا ہیں انہیں شفائیں عطا فرمائیں۔ اللہ کریم اپنی خیریں برکتیں رحمتیں ہر آمین کہنے والے پہ نازل فرمائیں، ہر ایک کی دعا برکت سے قبول فرمائیں، جس کا جو کام اڑا ہوا ہے اللہ کریم عافیت اور سہولت سے کر دیں۔ اللہ کریم وہ ساری خیریں عطا فرمائیں جو نبی کریم صلی اللہ علیہ وسلم نے چاہیں، ان سارے شرور سے پناہ عطا فرمائیں جن سے آپ صلی اللہ علیہ وسلم نے پناہ چاہی، بن مانگے عطا فرمائیں، اور سدا اوپر والا ہاتھ رکھیں، نیچے والا ہاتھ بننے سے بچانا، سدا دینے والوں میں رکھنا، لینے والا نہ بنانا۔ میرے کریم مالک، میرے سونے آقا کو شائش دینا، اچھے اخلاق دینا، اچھا ایمان دینا، کامل سے تندرستی دینا، وقت ایمان کی برکت عطا فرمانا۔ ربنا تقبل منا انک انت السمیع العلیم وتب علینا انک انت التواب الرحیم، نستغفرک ونتوب الیک، سبحان ربک رب العزۃ عما یصفون وسلام علی المرسلین والحمد للہ رب العالمین، نستغفرک ونتوب الیک، سبحان ربک رب العزۃ عما یصفون وسلام علی المرسلین والحمد للہ رب العالمین۔ اللہم وارزقنا طیبا واستعملنا صالحا، استودع اللہ دینکم و امانتکم و خواتیم اعمالکم، صلی اللہ علی حبیبہ محمد و ازواجہ و امہاتہ و اہل بیتہ
وإتراته وذرياته وأولاده وأصحابه أجمعين آمين اللهم آمين يا أرحم الراحمين جزاكم الله الخير وأحسن الجزاء في الدنيا والآخرات السلام علیکم ورحمۃ اللہ وبرکاتہ ومغفراتہ فی امان اللہ فی جوار اللہ.